ਸੱਚੀ ਲਗਨ ਹੈ ਜਿਸ ਰਾਹੀ ਵਿੱਚ ਮੰਜ਼ਿਲ ਦੀ, ਰਸਤਾ ਉਸ ਨੂੰ ਰਸਤਾ ਦੱਸਦਾ ਜਾਂਦਾ ਹੈ। ਆਪਣੇ ਸੁੱਤੇ ਲੇਖ ਜਗਾ ਨਾ ਸਕਿਆ ਉਹ, ਦੂਜੇ ਦੇ ਜੋ ਲੇਖ ਜਗਾਉਂਦਾ ਹੈ। ਸੋ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਇੱਦਾਂ ਦੇ ਲੋਕਾਂ ਦੇ ਨਾਲ ਮਿਲਦੇ ਹਾਂ ਕਿ ਉਹ ਦੂਸਰੇ ਦਾ ਭਾਗ ਜਗਾਉਣ ਦੀ ਗੱਲ ਕਰਦੇ ਨੇ, ਦੂਸਰੇ ਦੇ ਲੇਖ ਲਿਖਣ ਦੀ ਗੱਲ ਕਰਦੇ ਨੇ। ਚਾਹੇ ਜਿਹੜੇ ਲੇਖ ਕਹਿੰਦੇ ਨੇ ਕਿ ਉਹ ਧੁਰ ਤੋਂ ਲਿਖੇ ਆਉਂਦੇ ਨੇ, ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਿ ਬਚਪਨ ਤੋਂ ਇਸ ਸੋਚ ਨਾਲ ਪੈਦਾ ਹੁੰਦੇ ਨੇ ਕਿ ਉਹ ਵੱਡੇ ਹੋ ਕੇ ਸੰਸਾਰ ਲਈ, ਦੁਨੀਆ ਲਈ ਕੁਝ ਕਰਨਗੇ। ਸੋ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਇੱਦਾਂ ਦੀ ਸ਼ਖਸੀਅਤ ਦੇ ਨਾਲ ਹੀ ਗੱਲ ਕਰਾਂਗੇ, ਸੋ ਜਿਨ੍ਹਾਂ ਨੇ ਬਚਪਨ ਤੋਂ ਵੀ ਉਹ ਵੀ ਗੱਲਬਾਤ ਉਹਨਾਂ ਨੂੰ ਪੁੱਛਾਂਗੇ, ਸੋਚਿਆ ਹੋਏਗਾ, ਲੇਕਿਨ ਅੱਜ ਰਿਟਾਇਰਮੈਂਟ ਤੋਂ ਬਾਅਦ ਇੱਕ ਐਸੀ ਸੰਸਥਾ ਜਿਹੜੀ ਆ ਉਹ ਚਲਾ ਰਹੇ ਨੇ ਕਿ ਜਿਹੜੀ ਕਈ ਜਿਹੜੇ ਸਿੱਖ ਵਿਦਿਆਰਥੀ ਨੇ ਉਹ ਪੰਜਾਬ ਦੇ ਵਿੱਚ ਹੋਣ, ਦੂਜੇ ਸਟੇਟ ਦੇ ਵਿੱਚ ਹੋਣ, ਉਹਦਾ ਇਹ ਫਾਇਦਾ ਲੈ ਰਹੇ ਨੇ। ਕਿਉਂ ਕਹਿੰਦੇ ਨਾ, ਵਿਦਿਆ ਤੀਸਰਾ ਨੇਤਰ ਹੈ, ਖੁੱਲ੍ਹ ਜਾਵੇ ਤਾਂ ਬਿਹਤਰ ਹੈ। ਸ਼ਾਇਦ ਇਸ ਮਿਸ਼ਨ ਨੂੰ ਲੈ ਕੇ ਚੱਲ ਰਹੇ ਨੇ। ਜੀ ਮੈਂ ਗੱਲ ਕਰ ਰਿਹਾ ਹਾਂ ਸੰਸਾਰ ਸਿੱਖ ਸੰਗਠਨ ਦੀ। ਇਹ ਸੰਸਥਾ ਬਹੁਤ ਪਹਿਲਾਂ ਸ਼ੁਰੂ ਕੀਤੀ ਸੀ, ਵਿਸਥਾਰ ਦੇ ਨਾਲ ਉਹਨਾਂ ਦੇ ਕੋਲੋਂ ਜਾਣਾਂਗੇ ਕਿਉਂਕਿ ਸਾਡੇ ਨਾਲ ਨੇ ਕਰਨਲ ਜਗਤਾਰ ਸਿੰਘ ਮੁਲਤਾਨੀ ਜੀ। ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇੱਥੇ ਆਉਣ ਦਾ ਤੇ ਲੋਕਾਂ ਦੇ ਰੂਬਰੂ ਕਰਾਉਣ ਵਾਸਤੇ। ਨਹੀਂ, ਤੁਹਾਡਾ ਸ਼ੁਕਰੀਆ, ਤੁਸੀਂ ਟਾਈਮ ਕੱਢਿਆ। ਤੁਸੀਂ ਬਿਜ਼ੀ ਸੀ, ਮਸ਼ਰੂਫ ਸੀ ਤਾਂ ਵੀ। ਔਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ, ISC ਸ਼ਾਰਟ ਦੇ ਵਿੱਚ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ। ਸੋ ਥੋੜਾ ਵਿਸਥਾਰ ਨਾਲ ਦੱਸੋ ਕਿ ਕਦੋਂ ਇਹ ਆਈਡੀਆ, ਕਿਉਂਕਿ ਲੰਬਾ ਟਾਈਮ ਤੁਸੀਂ ਆਰਮੀ ਦੇ ਵਿੱਚ ਜਿਹੜੀਆਂ ਸੇਵਾ ਨਿਭਾਈਆਂ ਔਰ ਰਿਟਾਇਰਮੈਂਟ ਤੋਂ ਬਾਅਦ ਕਿੰਨੇ ਟਾਈਮ ਬਾਅਦ ਤੁਹਾਡੇ ਵਿਚਾਰ ਆਇਆ ਔਰ ਇਸ ਸੰਸਥਾ ਦੇ ਨਾਲ ਜੁੜੇ ਸ਼ੁਰੂਆਤ ਕੀਤੀ? ਵੀਰ ਜੀ, ਇਸ ਤਰ੍ਹਾਂ ਹੈ ਕਿ ਮੈਂ 1995 ਦੇ ਵਿੱਚ ਰਿਟਾਇਰ ਹੋਇਆ। ਫਿਰ ਘਰ ਦੇ ਨੇ ਕਿਹਾ ਕਿ ਹੁਣ ਸਰਵਿਸ ਕੀ ਕਰਨੀ ਹੈਗੀ, ਕਿਹਦੇ ਵਾਸਤੇ, ਬੱਚੇ ਸਾਰੇ ਸੈਟਲ ਹੋ ਗਏ ਨੇ। 2000 ਤੱਕ ਥੋੜ੍ਹਾ ਬਹੁਤਾ ਪਰਿਵਾਰ ਦੇ ਨਾਲ ਜੁੜ ਕੇ ਰਹਿਣਾ ਪਿਆ ਕਿਉਂਕਿ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ ਸੀ। ਇੱਕਦਮ ਨਹੀਂ ਜੁੜਿਆ ਜਾਂਦਾ ਜਦੋਂ ਕੁਝ ਕਰਨਾ ਹੋਵੇ। ਤੇ 5 ਸਾਲ ਲੱਗੇ ਮੈਨੂੰ ਆਪਣੇ ਆਪ ਨੂੰ ਸੇਵਾ ਦੇ ਵਿੱਚ 100% ਲਿਆਉਣ ਵਾਸਤੇ। ਅਸੀਂ ਪਹਿਲਾਂ ਬਾਬਾ ਮੱਖਣ ਸ਼ਾਹ ਲਵਾਣਾ ਫਾਊਂਡੇਸ਼ਨ, ਉਹਦੇ ਵਿੱਚ ਮੈਂ 2000 ਤੋਂ ਲੈ ਕੇ 2004 ਤੱਕ ਜਨਰਲ ਸੈਕਟਰੀ ਦਾ ਕੰਮ ਕੀਤਾ, ਜਿਹਦੇ ਵਿੱਚ ਬਹੁਤ ਵੱਡੀ ਇੱਕ ਬਿਲਡਿੰਗ ਦੀ ਉਸਾਰੀ ਕੀਤੀ। ਉਸ ਬਿਲਡਿੰਗ ਦੇ ਵਿੱਚ ਜੋ ਕੁਝ ਬਣਾ ਕੇ ਆਉਣ ਵਾਲੇ ਜਿਹੜੇ ਦੂਸਰੇ ਯੰਗ ਸਨ, ਸਾਡੇ ਤੋਂ ਛੋਟੇ ਸਨ, ਉਹਨਾਂ ਨੂੰ ਹੈਂਡਓਵਰ ਕਰਕੇ 2005 ਦੇ ਵਿੱਚ ਮੇਰਾ ਜਿਹੜਾ ਡਾਕਟਰ ਖੜਕ ਸਿੰਘ ਮਾਨ ਹੋਰਾਂ ਦੇ ਨਾਲ ਮੇਰੀ ਜਾਣਕਾਰੀ ਹੋਈ। ਉਹ ਵੀ ਇਸ ਤਰ੍ਹਾਂ ਕਿ ਮੈਂ ਬਾਬਾ ਮੱਖਣ ਸ਼ਾਹ ਦੇ ਉੱਤੇ ਉਹਨਾਂ ਨੂੰ ਬੋਲਣ ਵਾਸਤੇ ਬੁਲਾਉਣ ਗਿਆ ਸੀ ਤੇ ਮੈਨੂੰ ਕਹਿਣ ਲੱਗੇ ਵੀ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਹੋ? ਮੈਂ ਕਿਹਾ ਜੀ ਅਸੀਂ ਤੇ ਲੁਬਾਣਾ ਭਵਨ ਦਾ ਮੈਂ ਛੱਡ ਦਿੱਤਾ, ਮੈਂ ਨਾਰਮਲ ਕੰਮ ਕੋਈ ਹੈ ਨਹੀਂ। ਚਲੋ ਫਿਰ ਅਸੀਂ ਇੱਕ ਨੀਂਹ ਰੱਖ ਦਿੱਤੀ ਹੈ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੀ, ਤੇ ਜਨਰਲ ਕਰਤਾਰ ਸਿੰਘ ਗਿੱਲ ਹੋਰਾਂ ਕੋਲ ਚਲੇ ਜਾਓ ਕੱਲ੍ਹ। ਤੇ ਇਸ ਤਰ੍ਹਾਂ ਕਰਕੇ ਥੋੜੇ ਸਮੇਂ 'ਚ ਹੀ ਪਲੈਨਿੰਗ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦਾ ਜਿਹੜਾ ਜਨਮ ਹੋਇਆ ਉਹ 2005 ਦਸੰਬਰ ਐਂਡ ਦੇ ਉੱਤੇ ਹੋਇਆ, ਜਿਹਦੇ 'ਚ ਇੱਕ ਇੰਟਰਨੈਸ਼ਨਲ ਤੋਂ ਪੂਰੇ ਸੰਗਤਾਂ ਇਕੱਠੀਆਂ ਹੋਈਆਂ। ਉਹਨਾਂ ਨੇ ਸੋਚਿਆ ਕਿ ਇੰਸਟੀਚਿਊਟ ਆਫ ਸਿੱਖ ਸਟੱਡੀ ਦੇ ਵਿੱਚੋਂ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨਿਕਲੀ, ਜਿਹੜੀ ਕਿ ਗਰਾਊਂਡ 'ਤੇ ਕੰਮ ਕਰਨ ਵਾਸਤੇ ਸੀ। ਪ੍ਰੈਕਟੀਕਲ ਜੋ ਅਸੀਂ ਕਿਤਾਬਾਂ ਦੇ ਵਿੱਚ ਲਿਖਦੇ ਹਾਂ ਜਾਂ ਸੋਚਦੇ ਹਾਂ, ਉਹਨੂੰ ਪ੍ਰੈਕਟੀਕਲ ਕਰਨ ਵਾਸਤੇ, ਜੋ ਕਿਤਾਬਾਂ 'ਚ ਨਹੀਂ ਪੜ੍ਹਦੇ, ਜੋ ਗਰਾਊਂਡ 'ਤੇ ਹੁੰਦਾ ਹੈ, ਉਸ ਨੂੰ ਕਿਸ ਤਰ੍ਹਾਂ ਕਰਨਾ ਹੈਗਾ। ਤੇ ਉਹ ਅਸੀਂ ਇਹ 2006 ਦਾ ਅਸੀਂ ਇਹਨੂੰ ਜਨਮ ਗਿਣਦੇ ਹਾਂ ਤੇ ਅੱਜ 14 ਸਾਲ ਸਾਡੀ ਪੁਰਾਣੀ ਸੰਸਥਾ ਹੋ ਗਈ ਹੈ। ਇਹ 14 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ। ਸਭ ਤੋਂ ਪਹਿਲਾਂ ਸਾਡੇ ਢਾਂਚੇ ਬਾਰੇ ਦੱਸੋ, ਜੋ ਸ਼ੁਰੂਆਤ ਵਿੱਚ ਮੈਂਬਰ ਪ੍ਰੈਜ਼ੀਡੈਂਟ ਕੌਣ ਸੀ, ਹੁਣ ਕੌਣ ਚਲਾ ਰਿਹਾ? ਸੋ ਇਹਨੇ ਇਸ ਤਰ੍ਹਾਂ ਹੈ ਕਿ ਸ਼ੁਰੂਆਤ ਦੇ ਵਿੱਚ ਸਾਡੇ ਕੋਲ ਕਨਵੀਨਰ ਸਨ ਡਾਕਟਰ ਖੜਕ ਸਿੰਘ ਜੀ ਮਾਨ, ਜਿਨ੍ਹਾਂ ਨੂੰ ਜਿਹੜੇ ਕਿ UNO ਲੈਵਲ ਦੇ ਇੱਕ ਐਗਰੀਕਲਚਰ ਐਕਸਪਰਟ ਰਹੇ ਨੇ, ਤੇ ਉਹਨਾਂ ਦੇ ਨਾਲ ਦੇ ਸਾਥੀ ਡਾਕਟਰ ਸਰਦਾਰਾ ਸਿੰਘ ਜੀ ਜੌਲ, ਜਿਹੜੇ ਅੱਜ ਵੀ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਬੈਠੇ, ਸਮੇਂ-ਸਮੇਂ ਤੇ ਉਹ ਬੜੀਆਂ ਅੱਛੀਆਂ ਟਿੱਪਣੀਆਂ ਕਰਦੇ ਰਹਿੰਦੇ ਐਗਰੀਕਲਚਰ ਨਾਲ। ਠੀਕ ਹੈ ਜੀ। ਤੇ ਇਹ ਨਹੀਂ ਸੀ ਪਰਮਾਤਮਾ ਨੂੰ ਮਨਜ਼ੂਰ ਕਿ ਜ਼ਿਆਦਾ ਦੇਰ ਅਸੀਂ ਡਾਕਟਰ ਖੜਕ ਸਿੰਘ ਹੋਰਾਂ ਦੇ ਅੰਡਰ ਕੰਮ ਕਰੀਏ, ਤੇ ਉਹਨਾਂ ਦਾ ਦੇਹਾਂਤ 2008 'ਚ ਹੋ ਗਿਆ। ਫਿਰ ਡਾਕਟਰ ਸਰਦਾਰਾ ਸਿੰਘ ਜੌਲ ਹੋਰਾਂ ਨੇ ਲਈ, ਪਰ ਇਹਦੇ ਵਿੱਚ ਜਿਹੜਾ ਮੇਨ ਐਂਕਰ ਸੀ ਉਹ ਸਨ ਜਨਰਲ ਕਰਤਾਰ ਸਿੰਘ ਗਿੱਲ, ਜਿਨ੍ਹਾਂ ਨੇ ਪਹਿਲਾਂ ਉਹਨਾਂ ਦਾ ਨਾਂ ਐਜ ਏ CEO ਰੱਖਿਆ। ਫਿਰ ਉਹ ਕਹਿਣ ਲੱਗੇ CEO ਤੇ ਇਸ ਤਰ੍ਹਾਂ ਲੱਗਦਾ ਜਿਵੇਂ ਪੇਡ ਹੈਗੇ, ਪ੍ਰਾਈਵੇਟ ਕੰਪਨੀ ਹੈਗੀ। ਫਿਰ ਉਹਨਾਂ ਨੇ ਆਪਣੇ ਆਪ ਨੂੰ ਸੈਕਟਰੀ ਜਨਰਲ ਤੇ ਦਾਸ ਨੂੰ ਫਿਰ ਜਨਰਲ ਸੈਕਟਰੀ ਬਣਾ ਕੇ ਉਸ ਦਿਨ ਦਾ
14 ਸਾਲ ਜਨਰਲ ਸਾਹਿਬ ਦੇ ਨਾਲ ਕੰਮ ਕਰਕੇ ਅਜੇ ਵੀ ਇਹ ਲੱਗਦਾ ਹੈ ਕਿ ਮੈਨੂੰ ਸਿੱਖਣ ਵਾਸਤੇ ਬਹੁਤ ਕੁਝ ਚਾਹੀਦਾ ਉਹ ਹਮੇਸ਼ਾ ਇਨਸਾਨ ਚਾਹੇ ਉਮਰ 'ਚ ਵੱਡਾ ਹੋਵੇ ਲੇਕਿਨ ਸਿੱਖਦਾ ਹਮੇਸ਼ਾ ਹੈ। ਸੋ ਤੁਸੀਂ ਐਜੂਕੇਸ਼ਨ 'ਚ ਬਹੁਤ ਕੰਮ ਕਰ ਰਹੇ ਹੋ ਸੰਸਥਾ ਦੇ ਵਿੱਚ, ਕਿਉਂਕਿ ਕਹਿੰਦੇ ਨੇ ਕਿ ਤੀਸਰਾ ਜਿਹੜਾ ਨੇਤਰ ਹੈ ਉਹ ਵਿਦਿਆ ਹੈ, ਉਹਦੇ ਕਿ ਜੇ ਖੁੱਲ ਜਾਵੇ ਤੇ ਬਿਹਤਰ ਹੈ। ਸੋ ਉਹਦੇ ਤੇ ਤੁਸੀਂ ਕੰਮ ਕਰ ਰਹੇ, ਸੋ ਉਹ ਦੱਸੋ ਕਿ ਕਿਵੇਂ ਸਿੱਖ ਵਿਦਿਆਰਥੀ ਚਾਹੇ ਸਕੂਲ 'ਚ ਨੇ, ਕਾਲਜ 'ਚ ਨੇ, ਯੂਨੀਵਰਸਿਟੀ 'ਚ ਨੇ, ਸੋ ਉਹਦੇ ਬਾਰੇ ਜਿਹੜਾ ਮਦਦ ਕਿਵੇਂ ਕਰਦੇ ਹੋ? ਮੈਂ ਤੇ ਜਨਰਲ ਸਾਹਿਬ ਨੇ ਬੈਠ ਕੇ ਸੋਚਿਆ ਕਿ ਜਦੋਂ ਅਸੀਂ ਪੰਜਾਬ ਛੱਡ ਕੇ ਫੌਜ 'ਚ ਗਏ ਸੀ ਉਸ ਵੇਲੇ ਪੰਜਾਬ ਦੀ ਐਜੂਕੇਸ਼ਨ ਵੀ ਟਾਪ ਤੇ ਸੀ, ਗੇਮਸ ਵੀ ਟਾਪ ਤੇ ਸਨ, ਰਹਿਣਾ ਬਹਿਣਾ ਵੀ ਟਾਪ ਤੇ ਸੀ। ਪਰ ਅੱਜ ਜਦੋਂ ਅਸੀਂ 2006-07 ਦੇ ਵਿੱਚ ਦੇਖਿਆ ਕਿ ਪੰਜਾਬ ਤੇ 19ਵੇਂ ਨੰਬਰ ਤੇ ਪਹੁੰਚ ਗਿਆ, ਇੱਕ ਟ੍ਰਿਬਿਊਨ ਵਾਲਿਆਂ ਨੇ ਛਾਪਿਆ ਕਿ ਅਸੀਂ 19ਵੇਂ ਨੰਬਰ ਤੇ ਪਹੁੰਚ ਗਏ ਹਾਂ। ਤੇ ਫਿਰ ਇਹਨਾਂ ਨੇ ਕਿਹਾ ਕਿ ਮੁਲਤਾਨੀ ਸਾਹਿਬ ਆਪਾਂ ਇਕੱਠੇ ਹੋ ਕੇ ਨਾ ਇਹਨੂੰ ਚੁੱਕੀਏ। ਸਭ ਤੋਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਕੋਚਿੰਗ ਸੈਂਟਰ ਖੋਲ੍ਹਣ ਦੀ ਸੋਚੀ। ਪਹਿਲਾ ਕੋਚਿੰਗ ਸੈਂਟਰ ਮੁਕੰਦਪੁਰ ਖੋਲ੍ਹਿਆ ਗਿਆ, ਉੱਥੇ ASSM ਕਾਲਜ ਔਰ ਸਕੂਲ ਹੈਗੇ ਨੇ ਜਿਹੜਾ ਕਿ NRI ਨੇ ਬਣਾਇਆ, ਔਰ ਉਸ ਦੀ ਸ਼ੁਰੂਆਤ ਵੀ ਜਨਰਲ ਆਪਣੇ ਡਾਕਟਰ ਸਰਦਾਰਾ ਸਿੰਘ ਜੌਹਲ ਨੇ ਕੀਤੀ ਸੀ। ਤੇ ਉਹਨਾਂ ਨੇ ਕਿਹਾ ਇੱਥੇ ਚਲਾਉਂਦੇ ਆ। ਅੱਜ ਉਸ ਸੈਂਟਰ ਤੋਂ ਜਿਹੜਾ ਕਿ 2009 'ਚ ਖੋਲ੍ਹਿਆ, ਅੱਜ ਉਹਨਾਂ ਦੇ ਉੱਥੇ ਪੜ੍ਹੇ ਹੋਏ ਬੱਚੇ ਜਿਨ੍ਹਾਂ ਨੂੰ ਅਸੀਂ 2 ਘੰਟੇ ਕੋਚਿੰਗ ਦਿੰਦੇ ਹਾਂ। ਈਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹਨਾਂ ਨੂੰ ਰਿਕਗਨਾਈਜ਼ ਕਰਕੇ ਕਿ ਇਹ ਸੈਂਟਰ ਜਿਹੜਾ ISC ਚਲਾ ਰਹੀ ਹੈ, ਔਰ ਉਹਦੇ ਬੱਚੇ ਅੱਜ ਡਾਕਟਰ, ਉਹਦੇ ਬੱਚੇ ਅੱਜ ਲਾਇਰ, ਉਹਦੇ ਬੱਚੇ ਅੱਜ ਬਹੁਤ ਵੱਡੀਆਂ ਵੱਡੀਆਂ ਪੋਜੀਸ਼ਨਾਂ 'ਤੇ ਪਹੁੰਚ ਗਏ ਨੇ। ਕਮ ਸੇ ਕਮ ਨਹੀਂ ਤੇ ਅਸੀਂ 800 ਬੱਚਿਆਂ ਨੂੰ ਅੱਜ ਤੱਕ ਉੱਥੇ ਹੋਮਵਰਕ ਟਿਊਸ਼ਨ ਸੈਂਟਰ ਟਾਈਪ 2 ਘੰਟੇ ਪੜ੍ਹਾ ਕੇ ਬਹੁਤ ਉਹਨਾਂ ਨੇ ਮੱਲਾਂ ਮਾਰੀਆਂ ਨੇ, ਜਿਹਦਾ ਸਾਨੂੰ ਅਸੀਂ ਵੀ ਫੀਲ ਵੈਰੀ ਪ੍ਰਾਊਡ ਆਫ ਦੈਟ ਕਿ ਸਾਡੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਇੱਥੇ ਤੱਕ ਪਹੁੰਚੇ ਨੇ। ਉਸ ਤੋਂ ਇਲਾਵਾ ਅਸੀਂ 3 ਹੋਰ ਖੋਲ੍ਹੇ ਤੇ ਕੁਝ ਜਿਹੜੇ ਬੱਚੇ ਲਾਇਕ ਸਨ ਉਹ ਸਾਡੇ ਕੋਲ, ਅਸੀਂ ਜਦੋਂ ਕਨਵੈਸਿੰਗ ਕਰਨ ਜਾਂਦੇ ਸੀ ਤੇ ਉਹਨਾਂ ਦੇ ਮਾਪਿਓ ਨੇ ਕਿਹਾ, ਜਿਸ ਤਰ੍ਹਾਂ ਇੱਕ ਬੱਚੀ ਅੱਜ ਤੋਂ 6 ਸਾਲ ਪਹਿਲਾਂ ਮੈਂ ਪਾਤੜਾ ਗਿਆ, ਉੱਥੇ ਸਕੂਲ ਦੇ ਵਿੱਚ ਸ਼ੇਰਪੁਰ ਦੇ ਵਿੱਚ ਉਹਦੀ ਮਾਂ ਇੱਕ ਬੱਚੀ ਨੂੰ ਲੈ ਕੇ ਆ ਗਈ, ਕਹਿਣ ਲੱਗੀ ਜੀ ਇਹ ਬੱਚੀ ਨੇ 93% ਮੈਟ੍ਰਿਕ 'ਚੋਂ ਲਏ ਨੇ ਔਰ ਇਹ ਹੁਣ ਇਹਨੇ 12ਵੀਂ ਦਾ ਇਮਤਿਹਾਨ ਦਿੱਤਾ, ਇਹਨੂੰ ਤੁਸੀਂ ਚੰਡੀਗੜ੍ਹ ਲੈ ਜਾਓ, ਅਸੀਂ ਪੜ੍ਹਾ ਨਹੀਂ ਸਕਦੇ। ਮੈਂ ਕਿਉਂ? ਕਹਿੰਦੇ ਇਹਨਾਂ ਦੇ ਪਿਤਾ ਜੀ ਜਿਹੜੇ ਨੇ ਨਾ ਹੀ ਇਜ਼ ਏ ਡਰੱਗ ਐਡਿਕਟ ਔਰ ਉਹਨਾਂ ਕੋਲ ਪੈਸੇ ਵੀ ਕੋਈ ਨਹੀਂ ਹੈਗੇ। ਮੈਂ ਕਿਹਾ ਬੇਟਾ ਮੈਂ ਯੰਗ ਬੱਚੀ ਨੂੰ ਕਿੱਥੇ ਲੈ ਕੇ ਜਾਵਾਂ। ਇੱਥੇ ਲਿਆਂਦਾ ਅਸੀਂ ਸਿੰਘ ਸਭਾ ਦੇ ਵਿੱਚ, ਅਸੀਂ ਹੋਸਟਲ 'ਚ ਰੱਖਿਆ, ਪਰ ਉਹ ਬੱਚੀ ਹੋਸਟਲ 'ਚ ਫਿੱਟ ਨਹੀਂ ਹੋਈ। ਫਿਰ ਉਹਨੂੰ ਮੈਂ ਆਪਣੇ ਘਰ ਲੈ ਗਿਆ। ਖਾਲਸਾ ਕਾਲਜ ਦੇ ਵਿੱਚ ਉਹਦੇ ਜਦੋਂ ਰਿਜ਼ਲਟ ਆਇਆ 86% ਉਹਦੇ ਨੰਬਰ ਆ ਗਏ। ਖਾਲਸਾ ਕਾਲਜ ਵਿੱਚ ਉਹਨੂੰ BSc ਨਾਨ ਮੈਡੀਕਲ 'ਚ ਕਰਾਇਆ। ਉਸ ਬੱਚੀ ਨੇ ਕਮਾਲ ਕਰ ਦਿੱਤੀ ਵੀਰ ਜੀ ਕਿ ਬਿਨਾਂ ਟਿਊਸ਼ਨ ਤੋਂ ਘਰ ਦੇ ਵਿੱਚ ਰਹਿ ਕੇ ਸਾਡੇ ਬਜ਼ੁਰਗਾਂ ਦਾ ਲੁੱਕ ਆਫਟਰ ਵੀ ਕਰਕੇ ਉਹਨੇ 75% ਦੇ ਨਾਲ BSc ਖਤਮ ਕੀਤੀ। ਅੱਜ ਉਹ ਕੁੜੀ ਮੈਥ ਦੀ MSc ਕਰ ਰਹੀ ਹੈ ਤੇ MSc ਦੀਆਂ ਪਹਿਲੀਆਂ 2 ਟਰਮਾਂ 'ਚ ਵੀ ਉਹਦੇ 75% ਨੰਬਰ ਨੇ। ਸ਼ੁਰੂਆਤ ਵੇਖ ਲਓ। ਠੀਕ ਹੈ। ਇਸੇ ਤਰ੍ਹਾਂ ਹੀ ਇੱਕ ਬੱਚਾ ਕਪੂਰਥਲੇ ਡਿਸਟ੍ਰਿਕਟ ਦਾ ਆਇਆ, ਉਹਨੇ ਵੀ ਕਮਾਲ ਕਰਤੀ ਹੈ। ਉਹਨੂੰ ਅਸੀਂ ਇੱਥੇ ਰੱਖਿਆ, 1 ਸਾਲ ਉਹਨੂੰ ਰਿਪੀਟ ਕਰਾਇਆ ਹੈ ਹੈਲੈਕਸ ਦੇ ਵਿੱਚ, ਉਹਦੀ ਫੀਸ ਵੀ ਦਿੱਤੀ, ਰਹਿਣ ਵਾਸਤੇ ਦਿੱਤਾ। ਤੇ ਜਦੋਂ ਮੈਂ ਉਹਦੇ ਵਾਸਤੇ ਸਾਰੀਆਂ ਚੀਜ਼ਾਂ ਸੈਂਕਸ਼ਨ ਕੀਤੀਆਂ, ਮੈਂ ਉਹਨੂੰ ਇੱਕ ਛੋਟਾ ਜਿਹਾ ਸਵਾਲ ਬੱਚੇ ਨੂੰ ਪੁੱਛਿਆ। ਮੈਂ ਕਿਹਾ ਵੀ ਤੂੰ ਜੋ ਮੰਗਿਆ ਅਸੀਂ ਤੈਨੂੰ ਦੇ ਰਹੇ ਹਾਂ, ਤੂੰ ਮੈਨੂੰ ਬਦਲੇ 'ਚ ਕੀ ਦੇਗਾ? ਕਹਿਣ ਲੱਗਾ ਸਰ ਮੈਂ ਅੱਗੇ ਮੈਡੀਕਲ ਦੇ ਐਂਟਰੈਂਸ ਟੈਸਟ ਵਿੱਚ BC 'ਚ 110 ਨੰਬਰ 'ਤੇ ਆਇਆ ਸੀ ਮੈਂ, ਅਤੇ ਮੈਂ ਹੁਣ ਪਹਿਲੇ 10 'ਚ ਆ ਕੇ ਦੱਸਾਂਗਾ, ਅਤੇ ਜਿਹੜੇ ਵੀ ਤੁਸੀਂ ਮੈਨੂੰ ਟੈਸਟ ਵਾਸਤੇ ਅਪੀਅਰ ਹੋਣ ਵਾਸਤੇ ਕਰੋਗੇ ਮੈਂ ਤਾਂ ਕੁਆਲੀਫਾਈ ਕਰਾਂਗਾ, ਹੋ ਸਕਦਾ ਮੈਂ ਮੈਰਿਟ 'ਚ ਨਾ ਆਵਾਂ। ਉਸ ਬੱਚੇ ਦਾ ਜਦੋਂ 1 ਸਾਲ ਬਾਅਦ ਰਿਜ਼ਲਟ ਆਇਆ, ਉਹ ਪੰਜਾਬ ਵਿੱਚੋਂ 3rd, ਓਪਨ ਏ 'ਚ ਵੀ ਅਤੇ BC 'ਚ ਵੀ। ਉਸ ਤੋਂ ਬਾਅਦ CBSE ਪਹਿਲੇ 2000 ਵਿੱਚ ਉਹਨੇ ਏਮਸ ਦਾ ਵੀ ਕਲੀਅਰ ਕਰ ਲਿਆ, ਉਹਨੇ AFMC ਦਾ ਵੀ ਕਲੀਅਰ ਕਰ ਲਿਆ। ਹੀ ਹੈਡ ਆਲ ਫੁੱਲ, 3 ਜਗ੍ਹਾ ਨੂੰ ਐਡਮਿਸ਼ਨ ਮਿਲ ਗਈ। ਅਸੀਂ ਕਿਹਾ ਜੀ ਤੂੰ ਪਟਿਆਲੇ ਕਰੇਗਾ ਔਰ ਪੰਜਾਬ ਦੀ ਸੀਟ ਨਹੀਂ ਲਏਗਾ, ਤੂੰ ਸੈਂਟਰ ਦੀ ਸੀਟ ਲੈ ਕੇ ਕਰੇਗਾ ਤਾਂ ਕਿ ਮੇਰਾ ਇੱਕ ਪੰਜਾਬ ਦਾ ਬੱਚਾ ਹੋਰ ਇਹਦੇ 'ਚ ਆ ਜਾਏ। ਠੀਕ ਹੈ। ਔਰ ਅੱਜ ਉਹ ਬੱਚਾ ਡਾਕਟਰ ਬਣ ਕੇ
UPSC ਦਾ ਐਗਜ਼ਾਮ ਕਲੀਅਰ ਕਰਕੇ ਕਪੂਰਥਲਾ ਦੀ ਕੋਚ ਫੈਕਟਰੀ ਦੇ ਵਿੱਚ ਡਾਕਟਰ ਲੱਗਾ ਹੋਇਆ ਹੈ। ਜਿਸ ਕਿਸੇ ਨੇ ਦੇਖਣਾ ਉਹ ISC ਦਾ ਹਮੇਸ਼ਾ ਹੀ ਹੋਗਾ। ਇਸੇ ਨਾਲ ਹੀ ਜਦੋਂ ਚਾਹੇ ਉਹ ਪਟਿਆਲੇ ਪੜ੍ਹਦਾ ਰਿਹਾ, ਅਸੀਂ ਪਰਸਨਲ ਟੱਚ ਦੇ ਕੇ ਉਹਨੂੰ ਕਿ ਜਾ ਕੇ ਚੈੱਕ ਕਰਨਾ ਕਿ ਵੀ ਤੇਰਾ ਗੁਟਕਾ ਕਿੱਥੇ, ਤੂੰ ਪਾਠ ਵੀ ਕਰਦਾ ਕਿ ਨਹੀਂ ਕਰਦਾ। ਸੋ ਉਹੀ ਮੈਂ ਗੱਲ ਤੁਹਾਨੂੰ ਪੁੱਛਣ ਹੀ ਵਾਲਾ ਸੀ ਕਿ ਐਜੂਕੇਸ਼ਨ ਨਾਲ ਤੁਸੀਂ ਧਾਰਮਿਕ ਗਤੀਵਿਧੀਆਂ ਜਿਹੜੀਆਂ ਉਹ ਵੀ ਤੁਹਾਡੀ ਸੰਸਥਾ ਕਰਦੀ ਹੈ। ਅਸੀਂ ਬੱਚਿਆਂ ਨੂੰ ਕਿਹਾ ਕਿ ਵੀ ਜੇ ਤੂੰ ਬੱਚਾ ਹਿੰਦੂ ਹੈਗਾ ਤੇ ਤੈਨੂੰ ਆਪਣੀ ਹਿੰਦੂਤਾ ਵਿੱਚ ਪ੍ਰਾਊਡ ਹੋਣਾ ਚਾਹੀਦਾ। ਜੇ ਤੂੰ ਬੱਚਾ ਮੁਸਲਮਾਨ ਹੈਗਾ ਤੇ ਯੂ ਸ਼ੁੱਡ ਬੀ ਏ ਗੁੱਡ ਮੁਸਲਮਾਨ। ਜੇ ਤੂੰ ਸਿੱਖ ਹੈਗਾ, ਲੁੱਕ ਲਾਈਕ ਏ ਸਿੱਖ, ਠੀਕ ਹੈ। ਔਰ ਆਪਣੇ ਧਰਮ ਦੇ ਬਾਰੇ ਆਪਣੇ ਜਿਹੜਾ ਰੂਲਸ ਨੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੋ। ਇਹ ਅਸੀਂ ਨਾਲ ਨਾਲ ਕਰਦੇ ਹਾਂ। ਇੱਕ ਤੁਹਾਨੂੰ ਹੋਰ ਦੱਸੀਏ, ਇਹ ਜਿਹੜਾ ਸਾਡਾ ਹੈੱਡਕੁਆਟਰ ਜਿਹੜਾ ਆਫਿਸ ਹੈਗਾ, ਇੱਥੇ ਮੇਰਾ ਜਿਹੜਾ ਕੰਪਿਊਟਰ ਆਪਰੇਟਰ ਹੈਗਾ, ਜਿਹੜਾ ਮੇਰਾ ਮੈਨੇਜਰ ਹੈਗਾ ਆਫਿਸ ਦਾ, ਉਹ ਝਾੜੂ ਵੀ ਦਿੰਦਾ। ਜੇ ਕੋਈ ਬਾਹਰੋਂ ਆ ਜਾਏ ਉਹ ਚਾਹ ਵੀ ਪਿਆਂਦਾ, ਉਹ ਚਾਹ ਬਣਾ ਵੀ ਲੈਂਦੇ ਨੇ। ਅਸੀਂ ਉਹਨਾਂ ਨੂੰ ਪਹਿਲਾਂ ਐਜ ਏ ਸੇਵਾਦਾਰ ਜਿਹੜਾ ਨਾ, ਜੇ ਮੇਰੇ ਕੋਲ ਹੈਗਾ, ਮੈਨੂੰ ਜਥੇਦਾਰਾਂ ਦੀ ਲੋੜ ਨਹੀਂ ਕਿ ਜਿਹੜਾ ਕਹਿੰਦੀ ਜੀ ਮੈਂ ਤੇ ਸਿਰਫ ਕੰਪਿਊਟਰ ਤੇ ਕੰਮ ਕਰਨਾ। ਕੰਮ ਦੀ ਡਿਗਨਿਟੀ ਜਿਵੇਂ ਵਿਦੇਸ਼ਾਂ 'ਚ ਉੱਥੇ ਡਿਗਨਿਟੀ ਆਫ ਵਰਕ ਇਜ਼ ਦਾ ਫਸਟ ਥਿੰਗ ਵਿਚ ਵੀ ਟੇਕ ਇਟ ਗ੍ਰਾਂਟਡ। ਇਸ ਤਰ੍ਹਾਂ ਕਰਕੇ ਅੱਜ ਮੇਰੇ ਅਕਾਊਂਟ ਦੇ ਵਿੱਚ ਕਮ ਸੇ ਕਮ ਨਹੀਂ ਤੇ 50 ਬੱਚੇ ਇੰਡੀਵਿਜੂਅਲੀ, ਜਿਨ੍ਹਾਂ ਨੂੰ ਅਸੀਂ ਟੈਕਨੀਕਲ ਕੋਰਸ ਕਰਾਏ, ਜਿਨ੍ਹਾਂ ਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਭੇਜਿਆ। 3 ਬੱਚੇ ਇੱਕੋ ਪਿੰਡ ਦੇ ਆ ਗਏ ਜੀ ਅਸੀਂ ਯੂਨੀਵਰਸਿਟੀ 'ਚ ਪੜ੍ਹਨਾ ਚਾਹੁੰਦੇ ਹਾਂ 12ਵੀਂ ਤੋਂ ਬਾਅਦ। ਕੋਈ ਗੱਲ ਨਹੀਂ, ਪਰ ਇਹ ਹੈਗਾ ਤੈਨੂੰ ਮੈਂ ਈਵਨਿੰਗ ਕਲਾਸਿਸ 'ਚ ਕਰਾਵਾਂਗਾ, ਸਵੇਰੇ ਇੱਥੇ ਦਫ਼ਤਰ 'ਚ ਰਹਿਣਾ ਬਹਿਣਾ ਸਿੱਖੋ, ਇੱਥੋਂ ਪੈਦਲ ਜਾਣਾ ਤੇ ਪੈਦਲ ਆਉਣਾ। ਇਹ ਵੀ ਕਰਵਾਇਆ, ਬੱਚਿਆਂ ਨੇ ਡਟ ਕੇ ਕੀਤਾ। ਅੱਜ 3 ਬੱਚੇ ਗ੍ਰੈਜੂਏਟ ਕਰਕੇ ਆਪਣੀ ਆਪਣੀ ਜਗ੍ਹਾ ਤੇ ਲੱਗੇ। ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀ 'ਚ ਬੱਚੇ ਕਈ ਡਿਗਰੀਆਂ ਕਰ ਜਾਂਦੇ ਨੇ, ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਯਾਰ ਇਹ ਮਿਨੋਰਟੀ ਫੈਲੋਸ਼ਿਪ ਸੀ ਕੋਈ, ਜਿੱਦਾਂ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਔਰ PhD 'ਚ ਫੈਲੋਸ਼ਿਪ ਮਿਲਦੀ ਹੈ, ਔਰ ਤੁਸੀਂ ਪਤਾ ਲੱਗਾ ਹੈ ਕਿ ਤੁਸੀਂ ਉਹਦੇ ਵਿੱਚ ਵਿਦਿਆਰਥੀਆਂ ਦੀ ਮਦਦ ਕਰਦੇ ਹੋ। ਉਹ ਫੈਲੋਸ਼ਿਪ ਚਾਹੇ ਸੈਂਟਰਲ ਗਵਰਨਮੈਂਟ ਦਿੰਦੀ ਹੈ, ਪਰ ਉਹਦੇ 'ਚ ਗਾਈਡ ਕਰਨਾ, ਫਾਰਮ ਭਰਨਾ, ਔਰ ਜਦੋਂ ਤੱਕ ਫੈਲੋਸ਼ਿਪ ਉਹਨਾਂ ਦੇ ਅਕਾਊਂਟ 'ਚ ਆ ਨਾ ਜਾਵੇ ਤੁਸੀਂ ਨਹੀਂ ਬੈਠਦੇ। ਉਹਦੇ ਬਾਰੇ ਦੱਸੋ ਕਿ ਕਿਵੇਂ ਮਦਦ ਕਰਦੇ। ਅਸੀਂ ਵੀਰ ਜੀ ਇਹ ਮਿਨੋਰਟੀ ਦਾ ਜਿਹੜਾ ਕਮਿਸ਼ਨ ਬਣਿਆ ਉਹ 1998 ਵਿੱਚ ਬਣਿਆ, ਪਰ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਆਏ ਐਜ ਏ ਪ੍ਰਾਈਮ ਮਿਨਿਸਟਰ 2007 ਦੇ ਵਿੱਚ ਉਹਨਾਂ ਨੇ ਇਸ ਦਾ ਅੱਗੋਂ ਚਾਲੂ ਕੀਤਾ ਸਕਾਲਰਸ਼ਿਪਸ ਮਿਨੋਰਟੀ ਵਾਸਤੇ, ਔਰ ਮਿਨੋਰਟੀ ਦੇ ਥਰੂ ਆਪਣੇ ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਜਿਹੜਾ ਹੈਗਾ ਉਹਨਾਂ ਦੇ ਥਰੂ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਦਿੱਤੀਆਂ। ਮਿਨੋਰਟੀ ਦੇ ਇੰਸਟੀਚਿਊਟ ਵਾਸਤੇ ਵੀ ਉਹਨਾਂ ਨੇ ਕੀਤਾ ਕਿ ਜਿਹੜਾ ਮਿਨੋਰਟੀ ਇੰਸਟੀਚਿਊਟ ਰਨ ਬਾਈ ਮਿਨੋਰਟੀ, ਉਹ ਵੀ ਸਪੈਸ਼ਲ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪਹਿਲੇ 2008 ਦੇ ਵਿੱਚ ਸਿਰਫ 5 ਕਰੋੜ ਰੁਪਇਆ ਪੰਜਾਬ ਨੂੰ ਅਲਾਟ ਹੋਇਆ, ਜਿਹਦੇ 'ਚ ਸਿਰਫ 50 ਲੱਖ ਰੁਪਇਆ ਇਸਤੇਮਾਲ ਹੋਇਆ, ਬਾਕੀ 4.5 ਲੱਖ ਦੂਜੇ ਪਾਸੇ ਚਲਾ ਗਿਆ। ਕਿਉਂ? ਕਿਉਂਕਿ ਬੱਚਿਆਂ ਨੂੰ ਅਵੇਅਰਨੈਸ ਨਹੀਂ ਸੀ, ਫਾਰਮ ਅਵੇਲੇਬਲ ਨਹੀਂ ਸੀ। ਫਾਰਮ ਦੀ ਡੇਟ ਗਵਰਨਮੈਂਟ ਨੇ 15 ਦਿਨ ਦਿੱਤੇ, 15 ਦਿਨਾਂ 'ਚ ਨਾ ਕੋਈ ਅਪਲਾਈ ਕਰ ਸਕਿਆ, ਜਿੰਨੇ ਕਿ ਥੋੜੇ ਬਹੁਤੇ ਨੇ ਕੀਤਾ। ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਕੋਈ ਪੁੱਛਦਾ ਸੀ ਕਿ ਕੇਰਲਾ ਸਟੇਟ ਕਿਉਂ ਅੱਗੇ ਆ, ਪਿੱਛੇ ਸਟੱਡੀ ਆਈ ਸੀ, ਉਹ ਕਹਿੰਦੇ ਕਿ ਉਹ ਇਸ ਕਰਕੇ ਅੱਗੇ ਆ, ਇੱਕ ਤੇ ਐਜੂਕੇਟਡ ਨੇ, ਇੱਕ ਅਵੇਅਰ ਨੇ। ਸੋ ਜਿੱਦਣ ਅਸੀਂ ਅਵੇਅਰ ਹੋ ਜਾਵਾਂਗੇ ਅਸੀਂ ਅੱਗੇ ਜਾਵਾਂਗੇ। ਦੂਜੇ ਸਾਲ ਅਸੀਂ ਅਵੇਅਰਨੈਸ ਲਿਆ ਕੇ 8.5 ਕਰੋੜ ਦੀ ਅਲਾਟਮੈਂਟ ਹੋਈ ਐਂਡ ਵੀ ਯੂਟਿਲਾਈਜ਼ਡ 100%। ਦੈਨ ਇਹ ਸੀ ਕਿ ਜਿੰਨੇ ਤੁਸੀਂ ਐਕਸਟਰਾ ਅਪਲਾਈ ਕਰਦੇ ਹੋ, ਹਾਂਜੀ, ਅਗਲੇ ਸਾਲ ਤੁਹਾਡਾ ਉਹਨਾਂ ਬਜਟ ਵੱਧ ਕੇ ਆਉਂਦਾ, ਉਹਨਾਂ ਬਜਟ ਵੱਧ। ਅਗਲੇ ਸਾਲ ਸਾਡਾ 35 ਆਇਆ, 35 ਤੋਂ ਬਾਅਦ ਅਸੀਂ 60 ਤੇ ਲੈ ਗਏ, 60 ਤੋਂ ਬਾਅਦ 100 ਤੇ ਲੈ ਗਏ, 100 ਤੋਂ ਬਾਅਦ ਫਿਰ ਜਦੋਂ 100 ਤੇ ਪਹੁੰਚਿਆ ਉਸ ਵੇਲੇ ਫਿਜ਼ੀਕਲ ਫਾਰਮ ਬੰਦ ਹੋ ਗਏ, ਆਨਲਾਈਨ ਸ਼ੁਰੂ ਹੋਇਆ। ਆਨਲਾਈਨ ਦੇ ਵਿੱਚ ਮੈਰਿਟ ਕਮ ਮੀਨਸ ਵਾਲੇ ਬੱਚਿਆਂ ਨੂੰ ਤੇ ਆਉਂਦਾ ਸੀ ਕਰਨਾ, 10ਵੀਂ ਤੋਂ ਲੈ 11ਵੀਂ 12ਵੀਂ ਵਾਲਿਆਂ ਨੂੰ ਨਹੀਂ ਸੀ ਆਉਂਦਾ, ਉਹਨਾਂ ਨੂੰ ਸਿਖਾਉਣਾ। ਅਸੀਂ ਗਵਰਨਮੈਂਟ ਦੇ ਨਾਲ ਬੈਠ ਕੇ ਕੀਤਾ। ਉਹ ਕਹਿਣ ਲੱਗੇ ਜੀ ਅਸੀਂ ਸਾਰਿਆਂ ਦਾ ਕਰਨ ਲੱਗੇ ਹਾਂ। ਮੈਂ ਕਿਹਾ ਜੀ ਤੁਹਾਡਾ ਇਨਫਰਾਸਟ੍ਰਕਚਰ ਕਿੱਥੇ, ਬੱਚੇ ਕਿੱਥੋਂ ਜਾ ਕੇ ਅਪਲਾਈ ਕਰਨਗੇ? ਬਿਲਕੁਲ ਬਿਲਕੁਲ ਠੀਕ ਹੈ। ਸੈਕਟਰੀ ਸੇਜ਼ ਕਿ ਸਰ ਵੀ ਹੈਵ ਗਿਵਨ ਕੰਪਿਊਟਰ ਟੂ ਐਵਰੀਬਾਡੀ। ਮੈਂ ਕਿਹਾ ਜੀ ਤੁਸੀਂ ਕੰਪਿਊਟਰ ਜ਼ਰੂਰ ਦਿੱਤੇ ਨੇ, ਪਰ ਮੈਨੂੰ ਇਹ ਦੱਸੋ ਕਿ ਇੱਕ ਵੀ ਟੀਚਰ ਜਿਹੜਾ ਬੱਚੇ ਦਾ ਇੱਕ ਫਾਰਮ ਮੈਨੂੰ ਭਰ ਕੇ ਦਿਖਾ ਦੇ। ਚੈਲੰਜ ਸੀ। ਬਹੁਤ ਭਲੇ ਬੰਦੇ ਸਰਦਾਰ ਚਰਨਜੀਤ ਆਪਣੇ ਜਿਹੜੇ ਐਜੂਕੇਸ਼ਨ ਮਿਨਿਸਟਰ ਸਨ ਆਪਣੇ ਅਕਾਲੀਆਂ ਦੇ, ਉਹਨਾਂ ਨੇ ਦਲਜੀਤ ਸਿੰਘ ਚੀਮਾ, ਉਹਨਾਂ ਨੇ ਮੈਨੂੰ ਬੁਲਾ ਕੇ ਸਾਰੇ ਵੈਲਫੇਅਰ ਅਫਸਰਾਂ ਦੇ ਨਾਲ, DEO ਦੇ ਨਾਲ, BEO ਦੇ ਨਾਲ
ਮੀਟਿੰਗਾਂ ਕਰਾਈਆਂ, ਅਸੀਂ ਪੈਂਫਲੇਟ ਵੰਡੇ, ਅਸੀਂ ਸਕੂਲਾਂ ਦੇ ਵਿੱਚ ਜਾ ਕੇ ਸਾਰੇ ਪਾਸੇ ਇਹਨਾਂ ਨੂੰ ਕੀਤਾ। ਬੱਚਿਆਂ ਨੇ ਜਦੋਂ ਅਕਾਊਂਟ ਖੋਲ੍ਹੇ, ਜਿਹਦੇ ਬੈਂਕ 'ਚ ਆਉਣੇ ਸ਼ੁਰੂ ਹੋਏ ਪੈਸੇ, ਬੱਚਿਆਂ ਨੇ ਸਾਰੇ ਪੈਸੇ ਕਢਾ ਲਏ। 2014 ਦੇ ਵਿੱਚ ਕੀ ਹੋਇਆ ਕਿ ਬੱਚਿਆਂ ਦੇ ਅਕਾਊਂਟ 'ਚ ਜਿਨ੍ਹਾਂ ਦੇ 'ਚ ਪਾਣੇ ਸੀ ਰੀਨਿਊਅਲ ਕੇਸਿਸ ਵਿੱਚ, ਉਹ ਬੱਚਿਆਂ ਦੇ ਚੈੱਕ ਜਿਹੜੇ ਵਾਪਸ ਆ ਰਹੇ ਸਨ। ਅੱਛਾ। ਅਕਾਊਂਟ 'ਚ ਨਹੀਂ ਸੀ ਜਾ ਰਹੇ ਪੈਸੇ, ਕਿਉਂਕਿ ਡੋਰਮੈਂਟ ਹੋ ਗਏ ਅਕਾਊਂਟ ਉਹਨਾਂ ਦੇ। ਅਸੀਂ ਉਸ ਸਾਲ 33 ਕਰੋੜ ਰੁਪਏ ਦੇ ਚੈੱਕ ਅੱਛਾ 1100 ਇੰਸਟੀਚਿਊਟ ਦੇ ਵਿੱਚ ਵੰਡਣ ਵਾਸਤੇ ਡਿਸਟ੍ਰਿਕਟ ਵਾਈਜ਼ ਇੱਕ ਮੁਹਿੰਮ ਚਲਾਈ। ਹਰ ਇੱਕ ਡਿਸਟ੍ਰਿਕਟ 'ਚ ਸਾਡੇ ਬੰਦੇ ਸਨ ਜਿਹੜੇ ਜਾ ਕੇ ਅਵੇਅਰਨੈਸ ਦਿੰਦੇ ਸੀ, ਉਹ ਵੰਡਣ ਜਾਂਦੇ ਸਨ। ਵੰਡ ਕੇ ਉਹਨਾਂ ਦੇ ਕੋਲੋਂ, ਟੀਚਰ ਦੇ ਕੋਲੋਂ ਰਸੀਦ ਲੈਣੀ ਕਿ ਸਾਨੂੰ ਇੰਨੇ ਚੈੱਕ ਮਿਲ ਗਏ ਨੇ ਤੇ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ। ਉਸ ਕਰਕੇ ਇਤਨਾ ISC ਦਾ ਨਾਂ ਇਤਨਾ ਉੱਪਰ ਗਿਆ। ਔਰ ਉਸੇ 14 ਦੇ ਵਿੱਚ ਹੀ ਜਦੋਂ ਅਸੀਂ 5 ਸਾਲ ਇਹਨਾਂ ਬੱਚਿਆਂ ਨੂੰ ਪੈਸੇ ਦਿਲਵਾਉਂਦੇ ਰਹੇ, ਅਸੀਂ 19ਵੇਂ ਨੰਬਰ ਤੋਂ 7ਵੇਂ ਨੰਬਰ ਤੇ ਆ ਗਏ। ਦੇਖ ਲਓ। ਠੀਕ ਹੈ, ਇਹ ਅਸੀਂ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੀ ਅਵੇਅਰਨੈਸ ਫੈਲਾਉਣ ਦੀ ਤਾਕਤ, ਲੋਕਾਂ ਨੂੰ ਨਾਲ ਜੋੜਨ ਦੀ ਤਾਕਤ, ਤੇ ਮੈਂ ਕਹਿੰਦਾ ਉਹ ਬੱਚੇ ਜਿਨ੍ਹਾਂ ਨੇ ਹੁੰਗਾਰਾ ਚੰਗੀ ਤਰ੍ਹਾਂ ਅੱਗੋਂ ਭਰ ਕੇ। ਇੱਕ ਮੈਂ ਖਾਸ ਸਕੂਲ ਦਾ ਨਾਂ ਜ਼ਰੂਰ ਲੈਣਾ ਚਾਹਾਂਗਾ। ਮੋਗੇ ਤੋਂ ਥੋੜ੍ਹਾ ਜਿਹਾ ਉਰਲੇ ਪਾਸੇ ਇੱਕ ਸਕੂਲ ਹੈ, ਜਿੱਥੇ ਇੱਕ ਸਕੂਲ ਦੇ 28 ਲੱਖ ਰੁਪਈਆ ਉਹਨਾਂ ਦੇ ਬੱਚਿਆਂ ਨੂੰ ਵਾਪਸ ਆਇਆ। ਇਸ ਤਰ੍ਹਾਂ ਹੀ ਤੁਗਲਵਾਲ ਸਕੂਲ ਹੈਗਾ ਲੇਡੀਜ਼ ਦਾ, ਕੁੜੀਆਂ ਦਾ। ਹਾਂਜੀ। ਉੱਥੇ ਸਰਦਾਰ ਸਵਰਨ ਸਿੰਘ ਜੀ ਹੈਗੇ ਨੇ ਉੱਥੇ, ਵਿਰਕ ਸਾਹਿਬ, ਉਹ ਕਹਿੰਦੇ ਨੇ ਸਾਡੀਆਂ ਤੇ ਕੁੜੀਆਂ ਕਮਾਈ ਕਰਕੇ ਘਰ ਭੇਜਦੀਆਂ ਪਈਆਂ ਨੇ। 8-8 ਹਜ਼ਾਰ ਇੱਕ ਕੁੜੀ ਨੂੰ ਮਿਲ ਗਿਆ ਤੇ ਫੀਸ ਤੇ ਅਸੀਂ ਲੈਂਦੇ ਕੋਈ ਨਹੀਂ ਉਹਨਾਂ ਕੋਲ। ਬਿਲਕੁਲ, ਉਹ ਵਾਪਸ ਆ ਗਏ। ਉਹ ਵਾਪਸ ਪੈਸੇ ਜਿਹੜੇ ਨੇ ਕੁੜੀਆਂ ਨੇ ਕਮਾਈ ਕੀਤੀ ਹੈ, ਨਾਲੇ ਪੜ੍ਹਦੀਆਂ ਨੇ। ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਅਸੀਂ ਇਹਨੂੰ 2014, 15, 16, 18 ਤੱਕ ਅਸੀਂ ਸਪੂਨ ਫੀਡਿੰਗ ਕੀਤੀ। 18 ਤੋਂ ਬਾਅਦ ਹੁਣ ਬੱਚੇ ਆਪਣੇ ਆਪ ਹੀ ਕਰ ਰਹੇ ਨੇ। ਆਪਣੇ ਆਪ ਹੀ ਹੁਣ ਅਵੇਅਰਨੈਸ ਜਿਹੜੀ ਉਹ ਕ੍ਰੀਏਟ ਹੋ ਗਈ। ਪਿਛਲੇ ਸਾਲ 4,80,000 ਬੱਚਿਆਂ ਨੇ ਇਸ ਤੋਂ ਫਾਇਦਾ ਲਿਆ ਇੱਕ ਸਾਲ ਵਿੱਚ, ਔਰ 150 ਕਰੋੜ ਆਇਆ ਪਿਛਲੇ ਸਾਲ। ਕਿਉਂਕਿ ਸੈਂਟਰ ਗਵਰਨਮੈਂਟ ਨੇ ਜਦੋਂ ਦੀ ਪ੍ਰੈਜ਼ੈਂਟ ਸਰਕਾਰ ਆਈ ਹੈ, ਕਿਸੇ ਵੀ ਕਾਰਨ ਕਰਕੇ ਕਹੀਏ, ਉਹਨਾਂ ਨੇ ਉਹਨੂੰ ਥੋੜ੍ਹਾ ਜਿਹਾ ਉਹਨਾਂ ਉੱਪਰ ਨਹੀਂ ਚੁੱਕਦੇ ਪਏ। ਗ੍ਰਾਂਟ ਡਿਕਰੀਜ਼ ਕੀਤੀ ਗਈ ਹੈ। ਪਹਿਲਾਂ 300 ਕਰੋੜ ਤੱਕ ਆਂਦੀ ਰਹੀ ਹੈ। ਜੇ ਅਸੀਂ ਅੱਜ ਤੱਕ ਟੋਟਲ ਗਿਣੀਏ ਤੇ ਕਮ ਸੇ ਕਮ 2000 ਕਰੋੜ ਰੁਪਈਆ ਬੱਚਿਆਂ ਨੇ ਸਕਾਲਰਸ਼ਿਪ ਤੋਂ ਲਿਆ। ਕਿਉਂਕਿ ਪਾਪੂਲੇਸ਼ਨ ਵੱਧ ਰਹੀ ਹੈ, ਸਟੂਡੈਂਟਸ ਵੱਧ ਰਹੇ ਨੇ, ਸਕੂਲ ਕਾਲਜ ਵੱਧ ਰਹੇ ਨੇ, ਸੋ ਨੈਚੁਰਲ ਹੈ ਕਿ ਵਧਣੀ ਚਾਹੀਦੀ। ਇੱਕ ਚੀਜ਼ ਦਾ ਜਿਹੜਾ ਮੈਨੂੰ ਅੱਜ ਵੀ ਅਫਸੋਸ ਹੈਗਾ ਕਿ ਜਿਹੜਾ ਫਾਈਨੈਂਸ਼ੀਅਲ ਲੈਵਲ 2007 ਦੇ ਵਿੱਚ ਉਹਨਾਂ ਨੇ ਡਿਫਰੈਂਟ ਕਲਾਸਿਸ ਵਾਸਤੇ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਔਰ ਉਹਨਾਂ ਵਾਸਤੇ ਕੀਤਾ ਸੀ, ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਸ ਨੂੰ ਉੱਪਰ ਨਹੀਂ ਲਿਆਂਦਾ ਮਾਈਨੋਰਟੀਜ਼ ਵਾਸਤੇ। ਇਸ ਕਰਕੇ ਵੀ ਹੁਣ ਦੇ ਜਿਹੜੇ ਦੂਸਰੇ ਸਕਾਲਰਸ਼ਿਪ ਨੇ ਉਹਨਾਂ 'ਚ ਲੋਕੀ ਜਾਣ ਲੱਗ ਪਏ ਨੇ। ਪਰ ਬੱਚਿਆਂ ਨੂੰ ਇਹ ਪਤਾ ਹੈ ਕਿ ਅਵੇਅਰਨੈਸ ਹੋ ਗਈ ਤੇ ਉਹ ਅਪਲਾਈ ਕਰ ਰਹੇ ਨੇ। ਬਿਲਕੁਲ। ਔਰ ਬਹੁਤ ਫਾਇਦਾ ਲੈ ਰਹੇ ਨੇ। ਇਹ ਗੱਲ ਹੋ ਗਈ, ਤੁਸੀਂ ਕਿਵੇਂ ਗਾਈਡ ਕਰਦੇ ਹੋ, ਕਿੰਨੀਆਂ ਫੈਲੋਸ਼ਿਪਸ ਲੈ ਕੇ ਦਿੱਤੀਆਂ ਤੁਸੀਂ? ਹਾਂਜੀ। ਔਰ ਤੁਸੀਂ ਪਤਾ ਲੱਗਾ ਕਿ ਆਪਣੇ ਵੀ ਸਕੂਲ, ਕੋਚਿੰਗ ਸੈਂਟਰ ਚਲਾ ਰਹੇ ਹੋ ਔਰ ਉਹਦੇ ਲਈ ਫੰਡ ਚਾਹੀਦੇ ਹੁੰਦੇ ਆ। ਥੋੜਾ ਉਹਦੇ ਬਾਰੇ ਦੱਸੋ ਕਿ ਉਹ ਫੰਡਸ ਕਿਵੇਂ ਅਰੇਂਜ ਕਰਦੇ ਹੋ? NRIs ਵੀ ਜੁੜੇ ਨੇ ਤੁਹਾਡੇ ਨਾਲ, ਹੋਰ ਇੰਡੀਆ ਤੋਂ, ਪੰਜਾਬ ਤੋਂ ਕਿਹੜੇ ਮੈਂਬਰ ਜਿਹੜੇ ਆ, ਜਾਂ ਕੋਈ ਜੁੜਨਾ ਚਾਹੁੰਦਾ ਹੈ, ਉਹ ਵੀ ਅਸੀਂ ਗੱਲ ਕਰਾਂਗੇ। ਅੱਜ ਸਾਡੇ ਕੋਲ 540 ਮੈਂਬਰ ਨੇ ਸਾਡੇ, ਔਰ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਸਾਡੇ ਕੋਲ ਪੈਸੇ ਭੇਜ ਦਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅਸੀਂ ਹਰ ਇੱਕ ਐਂਟਰੀ ਆਉਣ ਦੀ ਤੇ ਜਾਣ ਦੀ ਪੈਨਸਲ ਦੇ ਨਾਲ, ਜਿਹੜਾ ਸੈਕਟਰੀ ਜਨਰਲ ਹੈਗਾ ਉਹ ਆਪ ਲਿਖ ਕੇ ਤੇ CA ਕੋਲੋਂ ਅਪਰੂਵ ਕਰਾਉਂਦਾ। ਸਾਡੀ ਸਾਰਿਆਂ ਤੋਂ ਵੱਡਾ ਸਾਡਾ ਹਥਿਆਰ ਹੈਗਾ ਸਾਡੇ ਓਪਨ ਅਕਾਊਂਟ ਔਰ ਟਰੂ ਅਕਾਊਂਟ। ਟਰਾਂਸਪੇਰੈਂਸੀ ਦੇਖੋ, ਹਮੇਸ਼ਾ ਹੀ ਅਸੀਂ ਕਿਸੇ ਅਧਿਕਾਰੀ ਦਾ ਇਤਬਾਰ ਕਿਉਂ ਕਰਦੇ ਹਾਂ? ਜਦੋਂ ਟਰਾਂਸਪੇਰੈਂਟ ਹੈ। ਬਿਲਕੁਲ। ਤੁਸੀਂ, ਜੇ ਤੁਹਾਡੀ ਸੰਸਥਾ ਟਰਾਂਸਪੇਰੈਂਟ ਹੈ ਤਾਂ ਲੋਕ ਹੋਰ ਜੋੜਨਗੇ। ਇਸੇ ਤਰ੍ਹਾਂ ਹੀ ਅਸੀਂ ਇਹ ਸੋਚਿਆ ਸੀ ਜਦੋਂ ਅਸੀਂ ਕੋਚਿੰਗ ਸੈਂਟਰ 3 ਜਗ੍ਹਾ ਤੇ ਸਾਡੇ ਬਹੁਤ ਵਧੀਆ ਚੱਲ ਰਹੇ ਨੇ, ਉਹਨਾਂ ਦੇ ਰਿਜ਼ਲਟ ਵੀ ਆਏ ਨੇ, ਬਹੁਤ ਵਧੀਆ ਰਿਜ਼ਲਟ ਨੇ। ਉਹਦੇ ਵਿੱਚ ਅਸੀਂ ਇਹ ਦੇਖਿਆ ਹੈਗਾ ਕਿ ਉੱਥੇ ਦੇ ਟੀਚਰਸ ਨੂੰ ਅਸੀਂ ਆਵਰਲੀ ਪੇ ਕਰਦੇ ਹਾਂ, ਜਿੰਨੇ ਘੰਟੇ ਉਹ ਪੜ੍ਹਾਉਂਦੇ ਨੇ। ਇੱਕ ਐਸਾ ਸਿਸਟਮ ਬਣਾ ਦਿੱਤਾ ਹੈ ਕਿ ਨਾ ਤੇ ਟੀਚਰ ਵੱਧ ਕਲੇਮ ਕਰ ਸਕਦਾ
ਤੇ ਨਾ ਹੀ ਟੀਚਰ ਕੋਈ ਬਿਨਾਂ ਉਸ ਤੋਂ ਰਹਿ ਸਕਦਾ। ਬੈਂਕ ਅਕਾਊਂਟ ਖੋਲ੍ਹਿਆ, ਉਹ ਪ੍ਰਿੰਸੀਪਲ ਤੇ ਇੱਕ ਜਿਹੜਾ ਕੋਆਰਡੀਨੇਟਰ ਹੈ ਉਹ ਸਾਈਨ ਕਰਕੇ ਚੈੱਕ ਸਾਰਿਆਂ ਨੂੰ ਵੰਡ ਦਿੰਦਾ। ਸਾਨੂੰ ਬਿੱਲ ਆ ਜਾਂਦਾ, ਅਸੀਂ ਉਹਦੇ ਪੈਸੇ ਭਿਜਵਾ ਦਿੰਦੇ ਹਾਂ। ਤੇ ਉੱਥੇ ਗੁਰੂ ਨਾਨਕ ਕੋਚਿੰਗ ਸੈਂਟਰ ਦੇ ਨਾਂ ਤੇ ਇਹ ਚੱਲ ਰਹੇ ਨੇ। ਕੋਈ ਵੀ ਸੰਸਥਾ ਜੇ ਇੰਨੀ ਲੰਬੀ ਦੂਰੀ ਤੈਅ ਕਰਦੀ ਹੈ ਤੇ ਮੈਂ ਸੋਚਦਾ ਕਿ ਉਹ ਸਿਰਫ ਕਲੀਅਰ ਟਰਾਂਸਪੇਰੈਂਸੀ ਦੇ ਉੱਤੇ ਹੀ ਕਰ ਸਕਦੀ ਹੈ। ਉਹਦੇ 'ਚ ਹੁਣ ਆ ਗਈ ਹੈ ਕਿ ਵੀ ਸਾਨੂੰ ਫੰਡਸ ਕਿੱਥੋਂ ਆਉਂਦੇ ਨੇ। ਸਾਡੇ ਸਿੱਖ ਜਗਤ ਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਦਾਨੀਆਂ ਦੀ ਕੋਈ ਕਮੀ ਨਹੀਂ, ਦਾਨ ਲੈਣ ਵਾਲਿਆਂ ਦੀ ਕਮੀ ਹੋ ਸਕਦੀ ਹੈ। ਕਿਉਂ ਦੇਣ ਵਾਲਿਆਂ ਦੀ ਕਮੀ ਹੁੰਦੀ ਹੈ ਕਿ ਅਸੀਂ ਸਿਰਫ ਆਨੈਸਟ ਹੋਣਾ ਹੀ ਕਾਫੀ ਨਹੀਂ, ਔਨ ਪੇਪਰ ਆਨੈਸਟ ਦਿਖਣਾ ਵੀ ਚਾਹੀਦਾ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਿਆਸਰਿਆਂ ਦਾ ਆਸਰਾ, ਸੋ ਸੰਸਥਾ ਤੁਹਾਡੀ ਕੰਮ ਕਰਦੀ ਹੈ। ਨਹੀਂ ਇਸ ਤਰ੍ਹਾਂ ਤੇ ਨਹੀਂ, ਪਰ ਇਹ ਹੈ ਕਿ ਗੁਰੂ ਦੀਆਂ ਦਸਵੰਧ ਦੀ ਗੱਲ ਕੀਤੀ ਗਈ, ਦਸਵੰਧ ਦੀ ਗੱਲ ਕੀਤੀ ਤੇ ਦਸਵੰਧ ਉੱਥੇ ਹੀ ਮਿਲਦਾ ਹੈ ਜਿਹੜਾ ਬੰਦਾ ਆਪ ਚੇਅਰ ਤੇ ਬੈਠਾ ਹੈ। ਜਿਸ ਤਰ੍ਹਾਂ ਜਨਰਲ ਸਾਹਿਬ ਨੇ ਹਰ ਸਾਲ 1.5 ਲੱਖ ਰੁਪਈਆ ਉਹਨਾਂ ਨੇ ਆਪਣੇ ਦਸਵੰਧ ਕੱਢਣਾ ਤੇ ਉਹਨਾਂ ਨੂੰ ਦੇਖ ਕੇ ਦਾਸ ਨੇ ਵੀ ਕੱਢਣਾ ਸ਼ੁਰੂ ਕਰਤਾ। ਤੇ ਉਹਨਾਂ ਦੀ ਬਿਮਾਰੀ ਕਰਕੇ ਉਸ ਦਿਨ ਉਹਨਾਂ ਦੀ ਵਾਈਫ ਨੇ ਪੁੱਛਿਆ ਕਿ ਤੁਸੀਂ ਇਸ ਵਾਰੀ ਕੋਈ ATG 'ਚ ਪੈਸੇ ਦਿੱਤੇ ਨੇ? ਕਹਿੰਦਾ ਨਹੀਂ, ਮੈਂ ਕੋਈ ਨਹੀਂ ਦਿੱਤਾ। ਮੈਨੂੰ ਉਹਨਾਂ ਨੇ ਪੁੱਛਿਆ, ਪਤਾ ਲੱਗਾ ਵੀ 1,10,000 ਦਿੱਤਾ ਉਹਨਾਂ ਨੇ। ਠੀਕ ਹੈ, ਐਸੇ ਨੇ ਜਿਸ ਤਰ੍ਹਾਂ ਜਿੰਨੇ ਵੀ ਸਾਡੇ ਸੰਸਥਾ ਦੇ ਮੈਂਬਰ ਨੇ ਉਹ ਆਪਣੇ ਆਪ। ਇੱਕ NRI ਨੇ ਸਾਡੇ ਡਾਕਟਰ ਸੁਖਮਿੰਦਰ ਸਿੰਘ ਕੈਲੀਫੋਰਨੀਆ 'ਚ ਪੜ੍ਹਾਉਂਦੇ ਨੇ। ਉਸ ਦਿਨ ਮੈਨੂੰ ਟੈਲੀਫੋਨ ਆਇਆ, ਜੱਗੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਪਏ ਹੋ ਯਾਰ, ਮੈਨੂੰ ਯਾਦ ਹੀ ਨਹੀਂ ਕਰਦੇ। ਮੈਂ ਕਿਹਾ ਜੀ ਯਾਦ ਤੁਹਾਨੂੰ ਕਰਦੇ ਹਾਂ ਅਸੀਂ। ਨਹੀਂ ਤੂੰ ਪੈਸੇ ਨਹੀਂ ਮੰਗੇ ਮੇਰੇ ਕੋਲੋਂ। 2 ਲੱਖ ਰੁਪਈਆ ਉਹਨਾਂ ਨੇ, ਜਿਹੜਾ ਮਾਮਲਾ ਆਇਆ ਨਾ ਉਹਨਾਂ ਦਾ, ਉਹ 2 ਲੱਖ ਰੁਪਇਆ ਇੱਧਰ ਟ੍ਰਾਂਸਫਰ ਕਰ ਦਿੱਤਾ। ਬਿਲਕੁਲ। ਸਾਡੇ ਕੋਲ ਇੱਕ ਸਾਡਾ ਸਿਕਲੀਗਰ ਬੱਚਿਆਂ ਵਾਸਤੇ ਅਸੀਂ ਇੱਕ ਹੈਦਰਾਬਾਦ ਸਕੂਲ ਖੋਲ੍ਹਿਆ, ਪ੍ਰਾਇਮਰੀ ਸਕੂਲ ਹੈ। ਸਕੂਲ ਕਿਉਂ ਖੋਲ੍ਹਿਆ ਹੈਦਰਾਬਾਦ, ਉਹ ਤਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਵਿਸਤਾਰ ਵਿੱਚ ਦੱਸਣਾ ਚਾਹੁੰਦਾ। ਇਸ ਤਰ੍ਹਾਂ ਸੀ ਕਿ ਸਿਕਲੀਗਰਾਂ ਦੇ ਬੱਚਿਆਂ ਵਾਸਤੇ ਬਹੁਤ ਸਾਰੀਆਂ ਸੰਸਥਾ ਪੜ੍ਹਾਈ ਵਾਸਤੇ, ਸਕੂਲ ਦੀ ਫੀਸ ਦੇਣ ਵਾਸਤੇ, ਉਹਨਾਂ ਨੂੰ ਛੱਡਣ ਵਾਸਤੇ ਬੈਠੇ ਸਨ। ਪਰ ਮੈਂ ਦੇਖਿਆ ਕਿ ਕੋਈ ਬੱਚਾ 9ਵੀਂ 10ਵੀਂ ਤੋਂ ਉੱਪਰ ਜਾ ਹੀ ਨਹੀਂ ਰਿਹਾ। ਮੈਕਸੀਮਮ ਬੱਚੇ ਜਿਹੜੇ ਨੇ 6ਵੀਂ 7ਵੀਂ ਦੇ ਵਿੱਚ ਡਰਾਪ ਆਊਟ ਹੋ ਜਾਂਦੇ। ਕਾਫੀ ਦੇਰ 4-5 ਸਾਲ ਮੈਂ ਲਗਾਤਾਰ ਉਹਦੇ 'ਤੇ ਅਧਿਐਨ ਕਰਨ ਤੋਂ ਬਾਅਦ ਇਹ ਹੋਇਆ ਕਿ ਉਹ ਬੱਚੇ ਜਾਂਦੇ ਹੀ ਸਕੂਲ 8 ਸਾਲ ਦੇ ਨੇ, ਵੱਡੀ ਉਮਰ 'ਚ 8 ਸਾਲ ਤੋਂ ਲੈ ਕੇ 10 ਸਾਲਾਂ 'ਚ ਤੋਂ ਪਹਿਲੀ ਦੂਜੀ 'ਚ ਪਹੁੰਚਦੇ ਨੇ ਵਿਚਾਰੇ। ਤੇ ਅੱਗੇ ਜਾ ਕੇ ਨਾ ਤੇ ਉਹ ਸਕੂਲ ਵਾਲੇ ਹੀ ਅਲਾਓ ਕਰਦੇ ਨੇ ਉਹਨਾਂ ਨੂੰ ਬੈਠਣਾ, ਤੇ ਇਹਨਾਂ ਨੂੰ ਵੀ ਸ਼ਰਮ ਆਉਂਦੀ ਛੋਟੇ ਬੱਚਿਆਂ ਨਾਲ ਬੈਠਣ ਲੱਗਿਆ। ਫਿਰ ਮੈਂ ਇੱਕ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ, ਸ਼ਸਤਰ ਸਾਹਿਬ ਗੁਰਦੁਆਰਾ, ਉਹਦੇ ਵਿੱਚ ਅਸੀਂ ਪਹਿਲਾਂ ਇੱਕ ਹੋਮਵਰਕ ਟਿਊਸ਼ਨ ਸੈਂਟਰ ਖੋਲ੍ਹਿਆ ਟੈਸਟ ਕਰਨ ਵਾਸਤੇ ਕਿ ਛੋਟੇ ਬੱਚੇ ਆਉਣਗੇ। ਅਸੀਂ ਜਨਵਰੀ 17 'ਚ ਖੋਲ੍ਹਿਆ 8 ਬੱਚਿਆਂ ਦੇ ਨਾਲ, ਤੇ ਮਾਰਚ 17 'ਚ ਮੇਰੇ ਕੋਲ 80 ਬੱਚੇ ਹੋ ਗਏ ਸਿਕਲੀਗਰਾਂ ਦੇ, 30-35, ਬਾਕੀ ਦੂਜੇ ਇੰਡਸਟਰੀਅਲ ਬੈਲਟ ਦੇ। ਅਸੀਂ ਅਗਸਤ ਦੇ ਵਿੱਚ ਸਕੂਲ ਦੀ ਨੀਂਹ ਰੱਖ ਦਿੱਤੀ। ਅੱਜ ਮੇਰੇ ਕੋਲ 100 ਤੋਂ ਜ਼ਿਆਦਾ ਬੱਚੇ, ਜਿਹਦੇ 50 ਬੱਚੇ ਮੇਰੇ ਸਿਕਲੀਗਰਾਂ ਦੇ ਨੇ, 3 ਸਾਲ ਤੋਂ ਲੈ ਕੇ 8 ਸਾਲ ਤੱਕ ਦੇ ਬੱਚੇ, ਪਹਿਲੀ KG ਔਰ ਅੱਗੇ ਜਾ ਕੇ। ਔਰ ਅੱਜ ਉਹ ਬੱਚੇ ਕਹਿੰਦੇ ਨੇ, ਉਹ ਅੰਗਰੇਜ਼ੀ ਬੋਲਣ ਲੱਗ ਗਏ ਨੇ, ਉਹ ਕਹਿੰਦੇ ਨੇ ਜੀ ਯੈਸ ਪੜ੍ਹਨ ਦਾ ਹੋਣਾ ਹੈਗਾ। ਜਦੋਂ ਤੱਕ ਤੁਸੀਂ ਵੀਰ ਜੀ ਬੱਚਿਆਂ ਨੂੰ ਸਹੀ ਏਜ ਦੇ ਉੱਤੇ ਐਂਟਰੀ ਨਹੀਂ ਦਿਓਗੇ, ਬਿਲਕੁਲ ਪੇਰੈਂਟਸ ਦੇ ਕੋਲ ਨਾ ਅਵੇਅਰਨੈਸ, ਡ੍ਰੌਪ ਆਊਟਸ ਤਾਂ ਵਧਣਗੇ, ਅਵੇਅਰਨੈਸ ਵੀ ਨਹੀਂ, ਉਹਨਾਂ ਨੂੰ ਪੜ੍ਹਾਈ ਦੀ ਕੀਮਤ ਦਾ ਵੀ ਨਹੀਂ ਪਤਾ, ਉਹ ਪੜ੍ਹਾਈ ਤੁਹਾਡੀ ਮਦਦ ਵੀ ਨਹੀਂ ਕਰ ਸਕਦੇ। ਠੀਕ ਹੈ, ਤੇ ਨਾ ਹੀ ਉਹ ਇਸ ਕਾਬਲ ਨੇ ਕਿ ਮਾਂ ਚੁੱਕ ਕੇ ਤੇ ਬੱਸ ਹੀ ਚੜ੍ਹਾਵੇ। ਠੀਕ ਹੈ, ਹੁਣ ਅਸੀਂ ਉਹਨਾਂ ਨੂੰ ਇਸ ਰਸਤੇ ਪਾਇਆ। ਤੇ ਇੱਕ ਵੱਡੀ ਖੁਸ਼ੀ ਦੀ ਖਬਰ ਹੈ, ਜਿਹੜੇ ਬੱਚੇ ਨੂੰ ਮੈਂ ਹੱਲਾਸ਼ੇਰੀ ਦੇ ਕੇ ਸਿਕਲੀਗਰ ਬੱਚੇ ਨੂੰ ਉਹਦੇ ਆਪਣਾ ਤੇਲੰਗਾਨਾ ਬੋਰਡ ਦੇ ਵਿੱਚੋਂ 98.5% ਨੰਬਰ ਆਏ ਨੇ ਉਹਦੇ ਨਾਨ ਮੈਡੀਕਲ ਦੇ ਵਿੱਚੋਂ। ਅੱਜ ਉਹ ਬੈਸਟ ਜਿਹੜਾ ਕਾਲਜ ਹੈ ਉੱਥੇ, ਉਹਦੇ 'ਚ ਕੰਪੀਟੀਸ਼ਨ ਵਿੱਚ ਲੈ ਕੇ ਤੇ ਐਂਟਰੀ ਕੀਤੀ ਉਹਨੇ। ਇਹ 1.5 ਸਾਲ ਪਹਿਲਾਂ ਉਹਨੇ 2 ਸਾਲ ਜਿਹੜਾ ਉਹਦਾ ਪੀਰੀਅਡ ਲੰਘਿਆ, 92% ਦੇ ਨਾਲ ਉਹ ਇੰਜੀਨੀਅਰਿੰਗ ਦੇ ਵਿੱਚ ਚੱਲ ਰਿਹਾ ਜੀ, ਦੂਜੇ ਬੱਚਿਆਂ ਦੇ ਨਾਲ। ਬਹੁਤ ਵੱਡੀ ਅਚੀਵਮੈਂਟ। ਇਸ ਤਰ੍ਹਾਂ ਹੀ ਇੱਕ ਹੋਰ ਛੋਟਾ ਬੱਚਾ ਵੀ ਚੱਲ ਰਿਹਾ ਨਾਲ ਹੀ, ਉਹ ਵੀ 90% ਤੋਂ ਉੱਪਰ ਚੱਲ ਰਿਹਾ। ਅਸੀਂ ਇਹੋ ਜਿਹੇ ਜਿਹੜੇ ਬੱਚੇ ਨੇ, ਅਸੀਂ ਉਹਨਾਂ ਨੂੰ ਨਾਲ ਦੀ ਨਾਲ ਡੋਨਰ ਲੱਭਿਆ। ਉਹ ਡੋਨਰ 45,000 ਰੁਪਏ ਹਰ 6 ਮਹੀਨਿਆਂ ਬਾਅਦ ਉਹਦੀ ਫੀਸ ਉੱਥੇ ਹੀ ਜਮ੍ਹਾਂ ਕਰਾ ਦਿੰਦਾ। ਸਾਡੇ ਸਕੂਲ ਵਾਸਤੇ, ਬੱਸ ਵਾਸਤੇ, ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ, ਸਰਦਾਰ ਸੁਰਿੰਦਰਪਾਲ ਸਿੰਘ ਜੀ ਹੈਗੇ ਨੇ,
ਆਪਣੇ ਉਹਨਾਂ ਦੀ ਬੜੀ ਵੱਡੀ ਕੰਪਨੀ ਹੈ ਸੋਲਰ ਸਿਸਟਮ ਦੀ, ਪ੍ਰੀਮੀਅਰ ਸੋਲਰ ਸਿਸਟਮ ਦੀ। ਉਹ ਸਾਨੂੰ ਹਰ ਮਹੀਨੇ 30,000 ਰੁਪਇਆ ਬੱਸ ਵਾਸਤੇ ਦਿੰਦੇ ਨੇ ਉਹਨਾਂ ਬੱਚਿਆਂ ਨੂੰ ਲਿਆਉਣ ਤੇ ਛੱਡਣ ਵਾਸਤੇ। ਇਸ ਤੋਂ ਵੱਡਾ ਹੋਰ ਸਿੱਖਾਂ ਦੇ ਵਿੱਚ ਬਿਲਕੁਲ ਇਸ ਤੋਂ ਵੱਡਾ ਪਰਉਪਕਾਰ ਕੀ ਹੈ? ਠੀਕ ਹੈ ਨਾ ਜੀ। ਤਾਂ ਹੀ ਕਹਿੰਦੇ ਨਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਸ ਬਿਲਕੁਲ ਜੀ। ਅਸੀਂ ਇਹ ਜਿਹੜੇ ਕਰ ਰਹੇ ਹਾਂ, ਇਸ ਤੋਂ ਬਾਅਦ ਅਸੀਂ ਇੱਕ ਹੋਰ ਹੈ ਸਾਡੀ ਇੱਕ ਡਿਊਟੀ ਜਿਹੜੀ ਵੱਡੀ ਲੱਗੀ ਹੈ, ਉਹ ਹੈਗੀ ਕਿ ਇਹਨਾਂ ਬੱਚਿਆਂ ਨੂੰ ਪੜ੍ਹਾ ਕੇ ਨਹੀਂ ਛੱਡ ਦੇਣਾ। ਇਹਨਾਂ ਬੱਚਿਆਂ ਮੇਰੇ ਕੋਲ ਐਸੀਆਂ ਬੱਚੀਆਂ ਨੇ ਦੋ, ਇੱਕ ਰਿਕਸ਼ਾ ਪੁਲਰ ਦੀ ਕੁੜੀ ਖਮਾਣੋਂ ਤੋਂ, ਜਿਹਨੂੰ ਮੈਂ 12ਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਕਰਾਈ। ਗ੍ਰੈਜੂਏਸ਼ਨ ਕਰਾਉਣ ਤੋਂ ਬਾਅਦ ਬੈਂਕਿੰਗ ਦੀ ਟ੍ਰੇਨਿੰਗ ਕਰਾ ਕੇ ਉਹਨੂੰ ਨੌਕਰੀ ਲਗਵਾਈ। ਨੌਕਰੀ ਲਗਵਾਉਣ ਤੋਂ ਉਹਦਾ ਵਿਆਹ ਵੀ ਕਰਕੇ, ਉਹਦਾ ਵਿਆਹ ਅਟੈਂਡ ਕਰਕੇ ਉਹਦੇ ਵਾਸਤੇ ਸਹੀ ਬੱਚਾ ਲੱਭ ਕੇ ਅੱਜ ਦੋਨੋਂ ਬੜੇ ਖੁਸ਼ ਨੇ, ਆਪਸ ਵਿੱਚ ਬੈਠੇ ਨੇ। ਕੁਝ ਬੱਚੇ ਸਾਡੇ ਉੱਥੇ ਪਹੁੰਚ ਗਏ ਨੇ, ਅਮਰੀਕਾ ਪਹੁੰਚ ਗਏ ਨੇ, ਕੁਝ ਇੱਧਰ ਪਹੁੰਚ ਗਏ। ਦੇਖੋ ਜਿਹੜੇ ਤੁਹਾਡੇ ਸੰਸਥਾ ਤੋਂ ਮਦਦ ਲੈ ਕੇ ਤੁਹਾਡੀ ਅਚੀਵਮੈਂਟਸ ਇੱਕ ਤੇ ਬਣੇ, ਔਰ ਨਾਲ ਦੀ ਨਾਲ ਉਹ ਤੁਹਾਡੀ ਮਦਦ ਵੀ ਕਰਦੇ ਹੋਣਗੇ। ਅੱਜ ਮੈਂ ਤੁਹਾਨੂੰ ਦੱਸਣਾ ਪਿਆ ਕਿ ਉਹ ਬੱਚੀ ਜਿਹੜੀ ਅੱਜ ਆਸਟ੍ਰੇਲੀਆ ਬੈਠੀ ਹੈ, ਸ਼ੀ ਡਿਡ ਹਰ BSc ਨਰਸਿੰਗ ਪਟਿਆਲੇ। ਉਹਨੂੰ ਅਸੀਂ 1,10,000 ਰੁਪਈਆ ਉਹਦੇ 'ਤੇ ਸਾਡਾ ਲੱਗਾ। ਸਾਡੇ ਕੋਲ ਹਰ ਬੱਚੇ ਦੀ ਫਾਈਲ ਬਣੀ ਹੈ, ਕਿੰਨੇ ਪੈਸੇ ਉਹਦੇ 'ਤੇ ਲੱਗੇ ਨੇ ਉਹ ਲਿਖੇ ਪਏ ਨੇ। ਓਕੇ। ਉਸ ਲੜਕੀ ਨੇ ਜਿਸ ਉਹਦੀ ਸ਼ਾਦੀ ਦਾ ਪ੍ਰਪੋਜ਼ਲ ਆਈ ਤੇ ਉਹਨੂੰ ਮੁੰਡੇ ਨੂੰ ਕਿਹਾ, ਦੇਖ ਵੀ ਨਾ ਤਾਂ ਮੈਂ ਤੈਨੂੰ ਦਾਜ ਦੇਣਾ, ਪਰ ਆਹ ਮੇਰਾ ਇੱਕ 90,000 ਰੁਪਈਆ ਮੇਰਾ ਬਾਕੀ ਰਹਿੰਦਾ, ਇਹ ਤੂੰ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੂੰ ਵਾਪਸ ਕਰੇਗਾ ਤੇ ਫੇਰ ਫੇਰੇ ਹੋਣਗੇ, ਨਹੀਂ ਤੇ ਨਹੀਂ ਹੋਣਗੇ। ਸੋ ਜੇ ਦਾਜ ਦੀ ਫਾਰਮ ਹੀ ਇਦਾਂ ਦੀ ਬਣ ਜੇ, ਠੀਕ ਹੈ, ਤੇ ਇਹ ਸਮੱਸਿਆ ਖਤਮ ਹੋ ਜਾਂਦੀ। ਦੇਖੋ ਉਹ 90,000 ਰੁਪਈਆ ਦੇ ਕੇ ਗਏ। ਅੱਜ ਆਸਟ੍ਰੇਲੀਆ ਤੋਂ ਵੀ ਉਹ ਬੱਚੀ ਜਿਹੜੀ ਸਾਡੀ ਮਦਦ ਬੱਚਿਆਂ ਵਾਸਤੇ ਕਰਦੀ ਪਈ। ਇੱਕ ਮੇਰਾ ਬੇਟਾ ਜਿਹਦੀ ਮਾਂ ਚਾਦਰਾਂ ਵੇਚਦੀ ਸੀ, ਉਹ CA ਬਣ ਕੇ ਉਹਨੇ ਆਪਣੀ ਕੰਪਨੀ ਖੋਲੀ ਹੈ, ਤੇ ਰਾਜਪਾਲ ਐਸੋਸੀਏਟ ਉਹਦਾ ਮੁੰਡੇ ਦਾ ਫਰਮ ਹੈਗੀ ਹੈ, ਉਹ ਵੀ ਇੱਥੇ ਹੀ ਹੈਗੇ ਨੇ। ਜਦੋਂ ਅਸੀਂ ਇਹੋ ਜਿਹੀਆਂ ਕੱਚੀਆਂ ਇੱਟਾਂ ਤੋਂ ਇੱਕ ਵੱਡੇ ਮਕਾਨ ਬਣਦੇ ਦੇਖਦੇ ਹਾਂ, ਉਹ ਫਿਰ ਜਿਹੜਾ ਛੱਤ ਵੀ ਆ ਜਿਹੜੀ ਆ ਉਹ ਸੰਸਥਾ ਦੀ ਛੱਤ ਬਣਦੇ। ਇਤਨਾ ਤੁਹਾਨੂੰ ਮਨ ਦੇ ਵਿੱਚ ਸ਼ਾਂਤੀ ਔਰ ਦੂਸਰੀ ਚੀਜ਼ ਮਿਲਦੀ ਹੈ, ਜਿਹਦਾ ਮੈਂ ਤੇ ਕਈ ਵਾਰੀ ਪਾਠ ਨਾਮ ਹੀ ਕਰਾਂ ਨਾ, ਤੇ ਮੈਂ ਉਹਨਾਂ ਬੱਚਿਆਂ ਦੀਆਂ ਸ਼ਕਲਾਂ ਦੇਖ ਕੇ ਆਈ ਫੀਲ ਗ੍ਰੇਟ। ਆਈ ਡੂ ਨਾਟ ਨੋ ਅਬਾਊਟ ਅਦਰਸ। ਤੁਹਾਡੀਆਂ ਸੀਸਾਂ ਉਹਨਾਂ ਵੱਲ ਤੇ ਉਹਨਾਂ ਦੀਆਂ ਤੁਹਾਡੇ ਵੱਲ। ਅਸੀਂ ਇਸੇ ਵਾਸਤੇ ਅੱਜ 78 ਸਾਲ ਦੀ ਉਮਰ ਦੇ ਵਿੱਚ ਅੱਜ ਅਸੀਂ 12 ਘੰਟੇ ਕੰਮ ਕਰਦੇ ਹਾਂ ਉਹਨਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ ਤੇ ਦੂਜਿਆਂ ਵਾਸਤੇ। ਹਾਂ, ਤੁਸੀਂ ਮੈਂ ਪਤਾ ਲੱਗਾ ਕਿ ਤੁਹਾਡੀ ਸੰਸਥਾ 'ਚ ਵੱਖ-ਵੱਖ ਕਾਉਂਸਲਸ ਬਣੀਆਂ ਹੋਈਆਂ ਨੇ। ਹਾਂਜੀ, ਜਿਹਦੇ 'ਚ ਜ਼ਿਆਦਾ ਜਿਹੜਾ ਕੰਮ ਕਰ ਰਹੇ ਤੁਸੀਂ ਐਜੂਕੇਸ਼ਨ ਕਾਉਂਸਲ ਹੈ, ਔਰ ਜਿਹੜੀ ਰਿਲੀਜੀਅਸ ਕਾਉਂਸਲ ਹੈ, ਔਰ ਮੀਡੀਆ ਕਾਉਂਸਲ। ਥੋੜਾ ਜਿਹਾ ਮੀਡੀਆ ਕਾਉਂਸਲ ਬਾਰੇ ਵੀ ਥੋੜੀ ਜਾਣਕਾਰੀ ਦਿਓ। ਮੀਡੀਆ ਕਾਉਂਸਲ ਦੇ ਬਾਰੇ ਸਰ, ਅਸੀਂ ਜਿੱਥੇ ਲੋਕਲ ਗੁਰਦੁਆਰਿਆਂ ਦੇ ਵਿੱਚ ਜਾ ਕੇ ਆਸਾ ਜੀ ਦੀ ਵਾਰ ਦੇ ਕਥਾ ਔਰ ਪੁਰਾਣੇ ਰਾਗਾਂ ਦੇ ਨਾਲ ਜਿਹੜੀਆਂ ਆਪਾਂ ਆਸਾ ਜੀ ਦੀ ਵਾਰ ਗਾਉਂਦੇ ਸੀ, ਉਹ ਅਸੀਂ ਰਿਕਾਰਡ ਕਰਕੇ YouTube ਦੇ ਉੱਤੇ ਵੀ ਪਾਈਆਂ ਨੇ, ਤੇ ਈਵਨ Facebook ਤੇ ਵੀ ਅੱਜ ਕੱਲ੍ਹ ਸਾਡੇ ਚੱਲ ਰਹੇ ਨੇ। ਉਹਨਾਂ ਦਾ ਜਿਹੜਾ ਕਰਨ ਦਾ ਤਰੀਕਾ ਸੀ, ਹਰ ਗੁਰਦੁਆਰੇ ਦੇ ਵਿੱਚ ਅਸੀਂ ਜਾ ਕੇ ਗੁਰਦੁਆਰੇ ਦੇ ਬਾਰੇ ਵੀ ਦੱਸਣਾ ਤੇ ਆਪਣਾ ਕਰਨਾ। ਫਿਰ ਉਹਦਾ ਸਾਨੂੰ ਬੈਕਵਰਡ ਕੀ ਮਿਲਿਆ, ਸਾਡੇ ਜਿਹੜੇ ਕੋਚਿੰਗ ਸੈਂਟਰ ਦੇ ਬੱਚੇ ਨੇ, ਉਹ ਅਸੀਂ ਚੰਡੀਗੜ੍ਹ ਬੁਲਾਉਂਦੇ ਹਾਂ ਰਿਫਰੈਸ਼ਰ ਕੋਰਸ ਵਾਸਤੇ, ਟੀਚਰ ਸਮੇਤ। ਅੱਛਾ। ਉਹ ਅਸੀਂ ਗੁਰਦੁਆਰੇ ਉਹਨਾਂ ਨੂੰ ਰੱਖ ਦਿੰਦੇ ਹਾਂ, ਉੱਥੇ ਲੰਗਰ ਵੀ ਫ੍ਰੀ, ਬੱਚਿਆਂ ਦਾ ਰਹਿਣਾ ਵੀ ਫ੍ਰੀ। ਠੀਕ ਹੈ। ਇਸ ਤਰ੍ਹਾਂ ਕਰਕੇ ਵੀਰ ਜੀ ਅਸੀਂ ਇੱਕ ਦੂਜੇ ਨਾਲ ਮਿਲ ਕੇ ਜੁੜ ਕੇ ਉਹ ਧਾਰਮਿਕ ਵਿੱਚ ਵੀ ਚਲੇ ਗਏ। ਇੱਕ ਪਟਿਆਲੇ ਦਾ ਬੱਚਾ ਸੀ, ਉਹਨੇ ਜਰਮਨੀ PhD 'ਚ ਲੈ ਲਈ ਆਪਣੀ ਐਡਮਿਸ਼ਨ ਇੰਜੀਨੀਅਰਿੰਗ ਤੋਂ ਬਾਅਦ। ਇੰਨਾ ਗਰੀਬ ਕਿ ਉਹਦੇ ਕੋਲ ਜਾਣ ਵਾਸਤੇ ਕਿਰਾਇਆ ਨਹੀਂ ਸੀ ਹੈਗਾ, ਉੱਥੇ ਤੇ ਉਹਨੂੰ ਸਾਰਾ ਕੁਝ ਮਿਲ ਹੀ ਜਾਣਾ ਸੀ। ਬਿਲਕੁਲ। ਪਟਿਆਲਿਓਂ ਟੈਲੀਫੋਨ ਆਇਆ ਕਿ ਜਿਸ ਤਰ੍ਹਾਂ ਕਰਕੇ ਇੱਕ ਬੱਚਾ ਹੈ ਤੇ ਉਹਦਾ ਕੀ ਕਰਨਾ ਹੈ। ਮੈਂ ਕਿਹਾ ਜੀ ਪਰਸੋਂ ਸੰਗਰਾਂਦ ਹੈ, ਉਹਨੂੰ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਲੈ ਆਓ। ਠੀਕ ਹੈ। ਉਸੇ ਵੇਲੇ 1 ਲੱਖ ਰੁਪਇਆ ਇਕੱਠਾ ਕਰਕੇ ਉਹਨੇ ਕਿਹਾ, ਲੈ ਬੇਟਾ ਜਾ ਤੂੰ, ਅੱਜ ਵੀ ਉਹ ਸਾਡੇ ਨਾਲ ਜੁੜਿਆ। ਅੱਛਾ। ਠੀਕ ਹੈ। ਪੂਰੇ ਏਸ਼ੀਆ ਦੇ ਵਿੱਚੋਂ 2 ਹੀ ਬੱਚੇ ਸਿਲੈਕਟ ਹੋਏ ਸੀ, ਇੱਕ ਮੁਸਲਮਾਨ ਸੀ, ਇੱਕ ਸਿੱਖ ਬੱਚਾ ਸੀ। ਤੇ ਇਹਨਾਂ ਬੱਚਿਆਂ ਕਰਕੇ ਅੱਜ ਇਹ ਸੰਸਥਾ ਜਿਹੜੀ ਹੈ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਮੀਡੀਆ ਦੇ ਵਿੱਚ ਸਾਡੇ ਕੋਲ ਆਪਣਾ ਰਿਕਾਰਡਿੰਗ ਸਟੂਡੀਓ ਹੈਗੇ ਨੇ, ਆਪਣੇ ਹੀ ਸਾਡੇ ਬੱਚੇ ਕੰਮ ਕਰਦੇ ਨੇ। ਉਹਨਾਂ ਨੇ ਇਹ ਵੀ ਸਿੱਖਿਆ ਹੈਗਾ, ਐਡੀਟਿੰਗ ਵੀ ਆਪ ਹੀ ਕਰਦੇ ਹੈਗੇ ਨੇ, ਤੇ ਉਹਨੂੰ YouTube ਤੇ ਪਾਉਣ ਵਾਸਤੇ ਵੀ ਹੈਗੇ ਨੇ। ਅਸੀਂ ਜਿਹੜੇ ਵੀ ਸੱਜਣ ਸੁਣ ਰਹੇ ਨੇ, ਕੋਈ ਵੀ ਸੰਸਥਾ ਜਿਹੜੀ ਹੈ
ਉਹ ਇੱਥੇ ਆ ਕੇ ਸਾਡੇ ਇਸ ਇਨਫਰਾਸਟ੍ਰਕਚਰ ਦਾ ਕੋਈ ਫਾਇਦਾ ਉਠਾਉਣਾ ਚਾਹਵੇ ਤੇ ਵੀ ਵੈਲਕਮ ਐਵਰੀਬਾਡੀ। ਬਿਲਕੁਲ ਠੀਕ ਹੈ ਜੀ। ਫਿਰ ਅਸੀਂ ਟ੍ਰੇਨਿੰਗ ਇੰਸਟੀਚਿਊਟ ਦੇ ਨਾਲ, ਜਿਸ ਤਰ੍ਹਾਂ ਬੈਂਕਿੰਗ ਟ੍ਰੇਨਿੰਗ ਇੰਸਟੀਚਿਊਟ ਹੈਗਾ, ਕੋਈ ਗ੍ਰੈਜੂਏਟ ਬੱਚਾ ਸਾਡੇ ਕੋਲ ਆ ਜਾਏ, ਸਿੱਖ ਬੱਚਾ, ਉਹਨੂੰ ਚੰਡੀਗੜ੍ਹ ਦੇ ਵਿੱਚ ਜਿੱਥੇ 15 ਤੋਂ 20,000 ਰੁਪਇਆ ਫੀਸ ਚਾਰਜ ਕਰਦੇ ਨੇ 2-3 ਮਹੀਨਿਆਂ ਦੀ, ਅਸੀਂ ਉਹ ਤੁਹਾਨੂੰ ਫ੍ਰੀ ਕਰਵਾ ਦਿਆਂਗੇ। ਉਹ ਸੰਸਥਾ ਕਹਿੰਦੀਆਂ ਜਿਹਨੂੰ ਤੁਸੀਂ ਸਪਾਂਸਰ ਕਰ ਦਿਓਗੇ, ਵੀ ਵਿਲ ਡੂ ਇਟ, ਬਿਕਾਜ਼ ਉਸ ਆਰਗੇਨਾਈਜੇਸ਼ਨ ਨੂੰ, ਐਜੂਕੇਸ਼ਨ ਇੰਸਟੀਚਿਊਟ ਨੂੰ ਅਸੀਂ ਮਿਨਾਰਟੀ ਦਾ ਦਰਜਾ ਦਵਾਇਆ। ਬਿਲਕੁਲ। ਤੇ ਉਹ ਕਹਿੰਦਾ ਮਿਨਾਰਟੀ ਦਾ ਬੱਚਾ ਆਏਗਾ ਉਹਨੂੰ ਅਸੀਂ ਰੱਖਾਂਗੇ। ਠੀਕ ਹੈ। ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੋ ਉਹ ਇੱਕ ਨਵੀਂ ਸੰਸਥਾ ਜਿਹੜੀ ਆ, ਕਮਿਊਨਿਟੀ ਅਕਾਊਂਟ ਜਿਹੜੀ ਆ, ਉਹ ਸੋਚ ਰਹੇ ਹੋ ਉੱਤੇ ਕੰਮ, ਉਹਦੇ ਬਾਰੇ ਥੋੜਾ ਦੱਸੋ। ਹਾਂ, ਅਸੀਂ ਇਸ ਵਾਰੀ ਜਨਵਰੀ ਦੇ ਵਿੱਚ ਇਹ ਸੋਚ ਆਈ ਕਿ ਵੀ ਇਹ ਜਿੰਨੇ ਸਿਕਲੀ ਕਰਦੇ ਉਹ ਅੱਜ ਵੀ ਟੈਂਪਰੇਰੀ ਹਟਸ ਜਿਹੀਆਂ ਬਣਾ ਕੇ ਰਹਿੰਦੇ ਨੇ, ਰੋਡ ਸਾਈਡ ਤੇ ਰਹਿੰਦੇ ਹੈਗੇ ਨੇ। ਉਹਨਾਂ ਦੇ ਵਿੱਚ ਜਦੋਂ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਪਿਛਲੇ ਸਾਲ ਇਹਨਾਂ ਨੇ ਡਿਕਲੇਅਰ ਕੀਤੀ ਔਰ 2022 ਤੱਕ ਹੈਗਾ, ਅਸੀਂ ਕਿਹਾ ਵੀ ਇਹ ਤੇ ਆਲ ਇੰਡੀਆ ਲੈਵਲ ਦੇ ਉੱਤੇ ਸਾਨੂੰ ਕਰਨਾ ਪਏਗਾ। ਉਹਦੇ ਵਿੱਚ ਅਸੀਂ ਦਿੱਲੀ ਦੇ ਸਰਦਾਰ ਚਰਨਜੀਤ ਸਿੰਘ ਨੇ, ਜਿਹੜੇ ਕਿ ਬੜੂ ਸਾਹਿਬ ਦੇ ਨਾਲ ਜੁੜੇ ਹੋਏ ਨੇ, DGMC ਨਾਲ ਵਿੱਚ ਵੀ ਕੰਮ ਕਰਦੇ ਰਹੇ ਨੇ। ਇਸ ਤਰ੍ਹਾਂ ਕਰਕੇ ਸਾਡੇ ਸਰਦਾਰ ਰਜਿੰਦਰ ਸਿੰਘ ਨੇ ਮਦਰਾਸ ਤੋਂ, ਕੁਲਵੰਤ ਸਿੰਘ ਜੀ ਨੇ ਬੰਬੇ ਤੋਂ, ਭੋਪਾਲ ਤੋਂ ਪਾਟਿਆ ਸਾਹਿਬ ਨੇ, ਇਸ ਤਰ੍ਹਾਂ ਕਰਕੇ ਸਾਰੇ ਪਾਸੇ ਅਸੀਂ ਇਕੱਠੇ ਕਰਕੇ ਜ਼ੂਮ ਦੇ ਉੱਤੇ ਇੰਟਰਵਿਊ ਲੈ ਕੇ ਹੁਣ ਅਸੀਂ ਕਾਊਂਟਡਾਊਨ ਦੇ ਉਹ ਕਮਿਊਨਿਟੀ ਅਕਾਊਂਟ ਦੇ ਵਿੱਚ ਅਸੀਂ ਛੋਟੀਆਂ ਵੀਡੀਓ ਪਾ ਕੇ ਕਿ ਕਿਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ, ਕਿਹੜੇ ਬੈਂਕ ਕੋਲ ਕਰਨਾ ਹੈ, ਤੁਹਾਨੂੰ ਕੀ ਤੁਹਾਡੀਆਂ ਸ਼ਰਤਾਂ ਨੇ, ਉਸ ਯੋਜਨਾ ਦਾ ਕਿਵੇਂ ਉਸ ਯੋਜਨਾ ਦਾ ਬੈਨੀਫਿਟ ਕਿਸ ਤਰ੍ਹਾਂ ਲੈਣਾ ਹੈ, ਉਹ ਅਸੀਂ ਗਰੀਬ ਤੋਂ ਗਰੀਬ, ਛੋਟੇ ਤੋਂ ਛੋਟੇ, ਨਾਟ ਫਾਰ ਓਨਲੀ 6 ਹੂਸਐਵਰ ਕਮਸ ਵਿਦ ਅਸ, ਕੋਈ ਵੀ ਲੈ ਸਕਦਾ, ਕੋਈ ਵੀ ਲੈ ਸਕਦਾ ਹੈ। ਇੱਕ ਅਸੀਂ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਹੈ। ਦੂਸਰਾ ਇਹ ਹੈ ਕਿ ਅਸੀਂ ਹਮੇਸ਼ਾ ਸਰਕਾਰ ਦੇ ਕਨਫਰੰਟੇਸ਼ਨ ਵਿੱਚ ਨਹੀਂ ਜਾਣਾ, ਅਸੀਂ ਕਾਮਨ ਮਿਨੀਮਮ ਪ੍ਰੋਗਰਾਮ ਤੇ ਕੰਮ ਕਰ ਲਾਂਗੇ। ਬਿਲਕੁਲ। ਠੀਕ ਹੈ, ਤਾਂ ਕਿ ਜਿਹਦੇ ਵਿੱਚ ਸਾਡੇ ਜੁੜੇ ਹੋਏ ਲੋਕਾਂ ਦਾ ਭਲਾ ਹੋ ਜਾਏ, ਉਹਨਾਂ ਨੂੰ ਐਜੂਕੇਸ਼ਨਲੀ, ਲਿਵਿੰਗ, ਰਿਲੀਜੀਅਸਲੀ, ਦੂਸਰਾ ਜੋ ਵੀ ਹੈ ਉਹ ਹੋ ਜਾਏ, ਉਹ ਅਸੀਂ ਕਰਨ ਨੂੰ ਇੱਥੇ ਤਿਆਰ ਬੈਠੇ ਹਾਂ। ਹਾਂ, ਇਹ ਹੈ ਕਿ ਜਿਹੜੀ ਵਰਕ ਫੋਰਸ ਹੈਗੀ ਹੈ, ਉਹ ਜਿੰਨੀ ਅਸੀਂ ਜਿੱਥੇ ਜਾਂਦੇ ਹਾਂ, ਉਹ ਸਾਡੇ ਪੁਰਾਣੇ ਐਕਸਪੀਰੀਅੰਸ ਨੂੰ ਦੇਖ ਕੇ ਉਹ ਕਹਿੰਦੇ ਨੇ ਜੀ ਇਹਦਾ ਹੈੱਡਕੁਆਟਰ ਇੱਥੇ ਰਹੇਗਾ। ਹੁਣ ਕਾਊਂਟਡਾਊਨ ਦੀ ਸਾਰੀ ਜ਼ਿੰਮੇਵਾਰੀ ISC ਨੂੰ ਮਿਲ ਗਈ ਹੈ ਕਿ ਜਿੰਨਾ ਡਾਟਾਬੇਸ ਬਣਾਉਣਾ ਹੈ ਉਹ ਤੁਸੀਂ ਇੱਥੇ ਬਣਾਓਗੇ। ਇਹਦੇ ਸਾਡੇ ਨਾਲ ਦੁਬਈ ਦੇ ਸਰਦਾਰ ਸਾਹਿਬ ਨੇ, ਆਪਣੇ ਸੇਵਾ ਵਾਲੇ, ਉਹ ਵੀ ਜੁੜੇ ਨੇ। ਸਾਡੇ ਜਿਹੜੇ ਜਿਨ੍ਹਾਂ ਨੇ ਬਲੱਡ ਮਨੀ ਦੇ ਕੇ ਸਰਬੱਤ ਦਾ ਭਲਾ ਵਾਲੇ ਓਬਰਾਏ ਸਾਹਿਬ ਨੇ, ਉਹ ਵੀ ਇਸ ਕਮਿਊਨਿਟੀ ਅਕਾਊਂਟ ਵਿੱਚ ਨੇ। ਇੱਕ ਸਾਡੇ ਨਾਲ ਉਪਲ ਸਾਹਿਬ ਨੇ, ਜਿਹੜੇ ਸਹਿਜ ਪਾਠ ਵਾਲੇ ਸੈਂਚੀਆਂ ਵੰਡਦੇ ਨੇ, ਉਹ ਵੀ ਸੰਸਥਾ ਸਾਡੇ ਨਾਲ ਇਹਦੇ ਨਾਲ ਜੁੜੀ ਹੈ। ਅਸੀਂ ਹਰ ਸੰਸਥਾ ਦੀ ਪਹਿਚਾਣ ਨੂੰ ਬਰਕਰਾਰ ਰੱਖਦਿਆਂ ਹੋਇਆਂ ਆਪਣੇ ਨਾਲ ਐਜ਼ ਏ ਐਸੋਸੀਏਟ ਕਰਦਿਆਂ ਆਪਣੇ ਅਸਿਸਟੈਂਟ ਨਹੀਂ ਬਣਾਉਂਦੇ ਕਿਤੇ। ਇਸੇ ਕਰਕੇ ISC ਦਾ ਜਿਹੜਾ ਰੁਤਬਾ ਹੈ ਉਹਨੂੰ ਕਾਇਮ ਰੱਖਣ ਵਾਸਤੇ ਦੂਸਰੇ ਵੀ ਬਹੁਤ, ਜਿਹੜੀ ਦੇਸ਼ ਦੀ ਜਨਗਣਨਾ 2021 ਦੇ ਵਿੱਚ ਹੋਣ ਜਾ ਰਹੀ, ਉਹਦੇ ਲਈ ਤੁਸੀਂ ਦੱਸ ਰਹੇ ਸੀ ਕਿ ਜਨਗਣਨਾ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਨਗਣਨਾ ਕਰਨ ਵਾਲੇ ਜਿੰਨੇ ਏਜੰਟਸ ਵਗੈਰਾ ਬਣਾ ਕੇ ਜਾਂ ਅਪਲਾਈ ਕਰਕੇ ਕਰਦੇ ਨੇ, ਉਹਨਾਂ ਨੂੰ ਇਹ ਕੰਮ ਦਿੱਤਾ ਜਾਂਦਾ ਹੈ। ਅੱਗੇ ਕਾਲਮ ਹੁੰਦਾ ਸੀ, ਧਰਮ ਦਾ ਵੀ ਵਿੱਚ ਕਾਲਮ ਸੀ, ਉਹਦੇ ਵਿੱਚ ਕਿ ਕਿੰਨੇ ਹਿੰਦੂ ਜੈਂਟਲਮੈਨ ਨੇ ਸਾਡੇ ਕੋਲ, ਕਿੰਨੇ ਉਹ ਹੈਗੇ ਨੇ ਪਰਿਵਾਰ, ਉਹਨਾਂ ਦਾ ਐਜੂਕੇਸ਼ਨ ਵੀ ਹੈ, ਲਿਵਿੰਗ ਪੱਕਾ ਘਰ ਹੈਗਾ, ਸਾਰੀ ਚੀਜ਼ਾਂ ਆਪਾਂ ਗਿਣਦੇ ਹੈਗੇ। ਉਹ ਕੀ ਕਰਦੇ ਸੀ ਕਿ ਰਿਲੀਜੀਅਸ ਦਾ ਖਾਨਾ ਜਿਹੜਾ ਨਾ ਖਾਲੀ ਛੱਡ ਕੇ, ਉਹ ਬੰਦਾ ਆਪਣੀ ਮਰਜ਼ੀ ਨਾਲ ਜਾ ਕੇ 100 ਬੰਦਿਆਂ ਦਾ ਕਰਕੇ ਆ, ਚਲੋ ਸਾਰਿਆਂ ਦਾ ਇੱਕੋ ਹੀ ਲਿਖ ਦਿਓ, ਕੀ ਫਰਕ ਪੈਂਦਾ। ਬਿਲਕੁਲ। ਪਰ ਉਹਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਮਿਨਾਰਟੀ ਸਕਾਲਰਸ਼ਿਪ ਜਿਹੜਾ ਹੈਗਾ, ਉਹਦੀ ਜੇ ਕਾਊਂਟਿੰਗ ਸਾਡੀ ਸਿੱਖਾਂ ਦੀ ਪੂਰੀ ਹੋ ਜਾਏ, ਕਮਿਊਨਿਟੀ ਦੀ, ਤੇ ਸਾਡੇ ਕੋਲ ਕਾਫੀ ਵੱਡਾ ਹਿੱਸਾ ਹੋਰ ਆ ਸਕਦਾ। ਬਿਲਕੁਲ। ਠੀਕ ਹੈ। ਔਰ ਅਸੀਂ ਜਿੱਥੇ ਵੀ ਮਿਨਾਰਟੀ 'ਚ ਵੀ ਹੈਗੇ ਆ, ਉੱਥੇ ਅਸੀਂ ਇੰਸਟੀਚਿਊਟ ਖੋਲ੍ਹ ਕੇ ਮਿਨਾਰਟੀ ਦੇ ਤੇ ਗੌਰਮੈਂਟ ਦੇ ਕੋਲੋਂ ਉਹ ਵੀ ਅਸੀਂ ਫਾਇਦਾ ਲੈ ਸਕਦੇ ਹਾਂ। ਇਹ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਤੇ ਜਿੰਨੇ ਸੱਜਣ ਨੇ, ਉਹ ਹਮੇਸ਼ਾ ਇੱਕ ਨਵੀਂ ਸੋਚ ਲੈ ਕੇ ਆਉਂਦੇ ਨੇ। ਬਿਲਕੁਲ। ਇਹ ਇੱਕ ਨਵੀਂ ਸੋਚ ਜਿਹੜੀ ਸਿੱਖਲੀਕਰਨ ਦੀ, ਬੇਸ਼ੱਕ ਸਾਡੀਆਂ
SGPC ਬੜੂ ਸਾਹਿਬ ਦੂਸਰੇ ਜਿਹੜੀਆਂ ਸੰਸਥਾ ਨੇ ਐਜੂਕੇਸ਼ਨ ਦੀਆਂ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਬਈ ਤੁਸੀਂ ਪੜ੍ਹਾਉਂਦੇ ਹੋ ਠੀਕ ਹੈ, ਹਾਂਜੀ, ਪਰ ਮੈਨੂੰ ਤੁਸੀਂ 2-4 ਐਗਜ਼ਾਮਪਲ ਦੇ ਦਿਓ ਜਿਹੜੀਆਂ ਮੈਂ ਦਿੱਤੀਆਂ ਨੇ ਬੱਚਿਆਂ ਦੀਆਂ। ਮੈਂ ਬੱਚਿਆਂ ਦੇ ਨਾਮ ਹੀ ਲਿਖ ਕੇ ਤੁਹਾਨੂੰ ਦੇ ਦੇਣਾ, ਜਾ ਕੇ ਤੁਸੀਂ ਚੈੱਕ ਕਰ ਲਓ ਕਿ ਉੱਥੇ ਬੰਦੇ ਆਏ ਨੇ ਕਿ ਨਹੀਂ। ਹਾਂਜੀ ਬਿਲਕੁਲ। ਜਦੋਂ ਅਸੀਂ ਇਸ ਤਰ੍ਹਾਂ ਦਾ ਰਿਕਾਰਡ ਬਣਾਉਣਾ ਸ਼ੁਰੂ ਕਰਾਂਗੇ, ਸੰਸਥਾ ਜਿਹੜੀਆਂ ਨੇ, ਬੱਚੇ ਜਿਹੜੇ ਨੇ, ਉਹ ਬੱਚੇ ਨਹੀਂ ਹੈਗੇ ਅੱਜ ਕੱਲ੍ਹ, ਬੱਚੇ ਸਾਡੇ ਬਾਪ ਨੇ, ਉਹਨਾਂ ਨੂੰ ਸਾਡੇ ਤੋਂ ਜ਼ਿਆਦਾ ਗਿਆਨ ਹੈ। ਤੇ ਜੇ ਅਸੀਂ ਉਹਨਾਂ ਤੋਂ ਜ਼ਿਆਦਾ ਗਿਆਨ ਲੈ ਕੇ ਉਹਨਾਂ ਨੂੰ ਨਹੀਂ ਸਮਝਾਵਾਂਗੇ, ਬਿਲਕੁਲ ਹਾਂਜੀ, ਜੇ ਅਸੀਂ ਕਹੀਏ ਜੀ ਹੁਣ ਅਸੀਂ ਬੁੱਢੇ ਹੋ ਗਏ ਯਾਰ, ਹੁਣ ਕੀ ਪੜ੍ਹਨਾ, ਉਹ ਨਹੀਂ। ਅੱਜ ਵੀ ਮੈਂ ਕੰਪਿਊਟਰ ਤੇ ਜਾਂ ਜਿੰਨੀਆਂ ਵੀ ਹੈਗੀਆਂ ਨੇ ਬੱਚਿਆਂ ਦੀ ਮਦਦ ਦੇ ਨਾਲ, ਨੌਜਵਾਨਾਂ ਤੋਂ ਵੱਧ ਕੰਮ ਕਰਦੇ ਹੋ। ਨਹੀਂ, ਉਹ ਟੈਕਨੀਕਲੀ ਵੀ ਜਿਹੜੀ ਟੈਕਨੋਲੋਜੀ ਹੈ ਉਹਦਾ ਇਸਤੇਮਾਲ ਕਰਨਾ ਬੜਾ ਜ਼ਰੂਰੀ ਹੈਗਾ। ਉਹ ਵੀ ਦੇਖੋ, ਨਹੀਂ ਤੇ ਆਮ ਕਹਿੰਦੇ ਆ ਕਿ ਜੀ ਇਹ ਨੌਜਵਾਨ ਹੀ ਜਾਣਦਾ ਟੈਕਨੋਲੋਜੀ, ਪਰ ਤੁਸੀਂ ਯੂਜ਼ ਕਰਦੇ ਹੋ, ਕੰਮ ਕਰਦੇ ਹੋ। ਅਸੀਂ ਵਾਹਿਗੁਰੂ ਦੀ ਕਿਰਪਾ ਜੀ, ਉਹ ਅਕਾਲ ਪੁਰਖ ਨੇ ਜਿੰਨੀ ਆਪ ਆਪਣੀ ਬੁੱਧ ਹੈ ਜੇਤੀ, ਬਿਲਕੁਲ ਬਰਨਤ ਪਿੰਡ ਪਿੰਡ ਤੋਂ ਤੇਤੀ, ਤੇ ਉਸ ਤਰ੍ਹਾਂ ਹੀ ਹੈ। ਤੁਸੀਂ ਅੱਜ ਆਇਓ, ਤੁਹਾਡੇ ਨਾਲ ਬੈਠ ਕੇ ਇਹ ਜਿਹੜੀ ਜਨਤਾ ਦੇ ਨਾਲ ਸਾਡਾ ਅੱਜ ਰੂਬਰੂ ਹੋਵਾਂਗੇ। ਸੋ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡੀ ਉਮਰ ਲੰਬੀ ਹੋਵੇ, ਤੁਹਾਡੀ ਸੰਸਥਾ ਦੀ ਉਮਰ ਲੰਬੀ ਹੋਵੇ, ਤੇ ਇਸੇ ਤਰ੍ਹਾਂ ਕੰਮ ਕਰਦੇ ਰਹੋ। ਔਰ ਨਾਲ ਦੀ ਨਾਲ ਇਹ ਜ਼ਰੂਰ ਦੱਸ ਕੇ ਜਾਓ ਕਿ ਜੇ ਕੋਈ ਸੱਜਣ ਤੁਹਾਡੀ ਸੰਸਥਾ ਨਾਲ ਜੁੜਨਾ ਚਾਹੁੰਦਾ ਹੈ, ਫਾਈਨੈਂਸ਼ੀਅਲ ਮਦਦ ਕਰਨੀ ਚਾਹੁੰਦਾ ਹੈ, ਤੁਹਾਡੇ ਕੋਚਿੰਗ ਸੈਂਟਰ 'ਚ ਪੜ੍ਹਾਉਣਾ ਚਾਹੁੰਦਾ ਹੈ, ਜਾਂ ਕੋਈ ਤੁਹਾਡੀ ਫੈਲੋਸ਼ਿਪ ਦੇ ਵਿੱਚ ਫਾਇਦਾ ਲੈਣਾ ਚਾਹੁੰਦਾ, ਤਾਂ ਉਹਦੇ ਬਾਰੇ ਤੁਸੀਂ ਦੱਸੋ ਕਿ ਕਿਵੇਂ ਸੰਪਰਕ ਕਰਨ, ਕਿਵੇਂ ਤੁਹਾਨੂੰ ਦੱਸ ਸਕਦੇ। ਵੀਰ ਜੀ, ਸਾਡਾ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਇੱਕ ਮਿਸ ਨਾਰਮ ਹੋ ਜਾਂਦਾ ਕਈਆਂ ਦੇ ਕੋਲ, ਉਹ ਸਿੱਖ ਫੈਡਰੇਸ਼ਨ ਸਮਝਣ ਲੱਗ ਜਾਂਦੇ। ਹਾਂ ਬਿਲਕੁਲ ਬਿਲਕੁਲ, ਹਾਂ। ਮੈਂ ਇੱਕ ਬੜੀ ਚੰਗੀ ਤਰ੍ਹਾਂ ਸਾਰਿਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਕਨਫੈਡਰੇਸ਼ਨ ਦਾ ਮਤਲਬ ਹੈਗਾ ਕਿ ਬਹੁਤ ਸਾਰੀਆਂ ਸੰਸਥਾ ਨੂੰ ਇਕੱਠਾ ਕਰਨਾ। ਸਿੱਖ ਇਸ ਵਾਸਤੇ ਹੈਗਾ ਕਿ ਅਸੀਂ ਇੰਸਟੀਚਿਊਟ ਆਫ ਸਿੱਖ ਸਟੱਡੀ 'ਚੋਂ ਆਏ ਹਾਂ, ਅਸੀਂ ਉਹਨਾਂ ਦੀ ਇੱਕ ਦੇਣ ਹੈਗੇ ਆ, ਤੇ ਸਾਨੂੰ ਸਿੱਖ ਨਾਲ ਰੱਖਣਾ ਪੈਂਦਾ। ਵੈਸੇ ਸਾਡੇ ਕੋਲ ਜਿੰਨੀਆਂ ਸੰਸਥਾ ਜੁੜੀਆਂ ਨੇ, ਅੱਜ ਸਾਡੇ ਕੋਲ 22-24 ਸੰਸਥਾ ਨੇ ਜਿਹੜੀਆਂ ਸਾਡੇ ਨਾਲ ਐਸੋਸੀਏਟ ਬਣ ਕੇ ਕੰਮ ਕਰ ਰਹੀਆਂ ਨੇ। ਸਾਡੇ ਵਾਸਤੇ ਕੁਝ ਨਹੀਂ ਹੈਗਾ, ਸਿਰਫ ਅਸੀਂ ਇੱਕ ਇਨੀਸ਼ੀਅਲ ਮੈਂਬਰਸ਼ਿਪ ਜ਼ਰੂਰ ਲੈਂਦੇ ਹੈਗੇ ਆ, ਬਿਲਕੁਲ, ਤਾਂ ਕਿ ਫ੍ਰੀ ਵਾਲੀ ਚੀਜ਼ ਦਾ ਲੋਕੀ ਮੁੱਲ ਨਹੀਂ ਪਾਉਂਦੇ। ਬਿਲਕੁਲ ਬਿਲਕੁਲ, ਠੀਕ ਹੈ ਸਰ। ਅਸੀਂ 500 ਰੁਪਈਆ ਸਾਡਾ ਸਾਲ ਦਾ ਹੈ ਮੈਂਬਰਸ਼ਿਪ ਦਾ। ਮੈਂਬਰਸ਼ਿਪ ਇਜ਼ ਆਲਵੇਜ਼ ਓਪਨ। ਉਹਨਾਂ ਨੂੰ ਆਪਣਾ ਬਾਇਓਡਾਟਾ ਥੋੜ੍ਹਾ ਜਿਹਾ ਭੇਜਣਾ ਪੈਂਦਾ ਨਾਲ, ਤੇ ਬਾਕੀ ਜਿਹੜਾ ਦਾਨ ਦੇਣ ਵਾਸਤੇ, ਬੱਚਿਆਂ ਵਾਸਤੇ ਕੋਈ ਇੰਡੀਵਿਜੂਅਲ ਇਹ ਚਾਹਵੇ ਕਿ ਜੀ ਮੇਰੇ ਵਾਸਤੇ ਬੱਚਾ ਦੱਸੋ ਜਿਹਦੀ ਮੈਂ ਮਦਦ ਕਰਨੀ ਹੈ, ਉਸ ਬੱਚੇ ਦਾ ਟੈਲੀਫੋਨ ਨੰਬਰ, ਫੋਟੋ, ਸਾਰਾ ਕੁਝ ਅਸੀਂ ਉਹਨਾਂ ਨੂੰ ਦੇਵਾਂਗੇ। ਉਸ ਬੱਚੇ ਦਾ ਜਿੰਨਾ ਖਰਚਾ ਹੈਗਾ ਉਹ ਸਾਡੇ ਥਰੂ ਜਾਏਗਾ, ਤਾਂ ਕਿ ਉਹਨਾਂ ਨੂੰ, ਬੱਚਿਆਂ ਨੂੰ ਜਿਹੜੇ ਵੀ ਦਾਨ ਦੇਣਗੇ, ਉਹਨਾਂ ਨੂੰ ATG ਦੇ ਵਿੱਚ 50% ਕੰਸੈਸ਼ਨ ਮਿਲੇਗਾ ਇਨਕਮ ਟੈਕਸ ਦੇ ਵਿੱਚ। ਇੱਕ ਉਹ ਹੈਗਾ 12A ਦੀ ਸਾਡੀ ਸੈਂਕਸ਼ਨ ਹੈ, ਜਿੰਨਾ ਵੀ ਦਾਨ ਆਉਂਦਾ ਉਹ 'ਤੇ ਸਾਨੂੰ ਕੋਈ ਟੈਕਸ ਨਹੀਂ ਹੈਗਾ। ਬਿਲਕੁਲ। ਇਹ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਜਨਰਲ ਸਾਹਿਬ ਤੇ ਮੈਂ ਮਿਲ ਕੇ ਕਰਦੇ ਰਹੇ ਹਾਂ। ਅੱਜ ਵੀ ਸਾਨੂੰ ਇੱਕ ਜਿਹੜੀ ਸਾਡਾ ਕਾਟ ਹੈਗਾ ਕਿ ਬਾਹਰ ਦੇ ਜਿੰਨੇ ਸਾਡੇ NRI ਮੈਂਬਰਸ ਵੀ ਹੈਗੇ ਨੇ, ਹੋਰ ਵੀ ਜਿਹੜਾ ਜੁੜਨਾ ਚਾਹੁੰਦੇ ਨੇ, ਜੁੜ ਰਹੇ ਨੇ ਸਾਡੇ ਨਾਲ, ਪਰ ਉਹ ਇਸ ਤਰ੍ਹਾਂ ਹੈਗਾ ਕਿ ਉਹ ਡਾਲਰਾਂ 'ਚ ਪੈਸੇ ਨਹੀਂ ਭੇਜ ਸਕਦੇ ਸਾਨੂੰ, ਕਿਉਂਕਿ ਸਾਡੇ ਕੋਲ FCRA ਜਿਹੜੀ ਹੈ 2 ਵਾਰੀ ਸਾਡੀ ਮਿਸ ਨਾਰਮ ਕਰਕੇ, ਨੇਮ ਕਰਕੇ ਉਹਨਾਂ ਨੇ ਸਾਡੀ ਰਿਜੈਕਟ ਕੀਤੀ। ਉਹਨਾਂ ਨੇ 3ਜੀ ਵਾਰੀ ਫੇਰ ਕੀਤਾ, ਔਰ ਇਸ ਵਾਰੀ IB ਦੇ ਬੰਦਿਆਂ ਨੇ ਆ ਕੇ 6 ਘੰਟੇ ਮੇਰੇ ਆਫਿਸ ਦਾ ਸਾਰਾ ਚੈੱਕ ਕੀਤਾ, ਐਂਡ ਦੇ ਹੈਵ ਗੌਨ ਵੈਰੀ ਸੈਟਿਸਫਾਈਡ। ਆਈ ਹੋਪ ਕਿ ਸਾਨੂੰ ਜੇ ਮਿਲ ਜਾਏ ਤੇ ਫਿਰ ਜਿਹੜੀ ਪੈਸੇ ਦੀ ਹੈ, ਤੇ ਫਿਰ ਅਸੀਂ ਹਰ ਡਿਸਟ੍ਰਿਕਟ ਦੇ ਵਿੱਚ 2-2, 3-3 ਕੋਚਿੰਗ ਸੈਂਟਰ, ਹੋਮਵਰਕ ਟਿਊਸ਼ਨ ਸੈਂਟਰ ਹਰ ਬਲਾਕ ਦੇ ਵਿੱਚ 2-2, 3-3 ਖੋਲਾਂਗੇ। ਰਾਜਪੁਰੇ ਦੇ ਕੋਲ ਅਸੀਂ 7 ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਕੋਚਿੰਗ ਸੈਂਟਰ, ਜਿਹਦੇ ਵਿੱਚ ਪਿੰਡ ਦੇ ਖਾਲੀ ਬੈਠੇ ਬੱਚੇ ਬੱਚੀਆਂ, ਉਹਨਾਂ ਨੂੰ ਅਸੀਂ ਪਾਕਟ ਮਨੀ ਦਿੰਦੇ ਹਾਂ। ਉਹ 1.5 ਘੰਟਾ ਆ ਕੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਹੋਮਵਰਕ ਕਰਾਉਂਦੇ ਨੇ। ਉਹਦੇ ਨਾਲ ਬੱਚਿਆਂ ਦੇ ਵਿੱਚ ਇੱਕ ਖਾਸ ਕਿਸਮ ਦਾ ਜਜ਼ਬਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਕਿ ਵੀ ਅਸੀਂ ਪੜ੍ਹਨਾ, ਅਸੀਂ ਅੱਗੇ ਵਧਣਾ। ਅਸੀਂ ਜਾ ਕੇ ਵਿੱਚ ਕਦੀ ਹਾਂ ਪੁੱਤਰ ਤੂੰ ਕੀ ਬਣਨਾ ਚਾਹੁੰਦਾ, ਤੂੰ ਕਿਹਦੇ ਕੋਲੋਂ ਜ਼ਿਆਦਾ ਪ੍ਰਭਾਵਿਤ ਹੈਗਾ, ਉਹ ਦੱਸ। ਜਦੋਂ ਤੁਸੀਂ ਇੰਟਰੈਕਸ਼ਨ ਕਰਦੇ ਹੋ ਬੱਚਿਆਂ ਦੇ ਨਾਲ, ਫਿਰ ਬੱਚੇ ਆਪਣੇ ਆਪ, ਫਿਰ ਉਹ ਲਿਟਰੇਚਰ ਪੜ੍ਹਦੇ ਨੇ, ਜੁੜਦੇ ਨੇ। ਮੈਂ ਆਪਣੀ ਪਰਸਨਲ ਗੱਲ ਦੱਸਣਾ ਤੁਹਾਨੂੰ, ਮੈਂ 8ਵੀਂ 'ਚ ਪੜ੍ਹਦਾ ਸੀ, ਤੇ ਸਾਡੇ ਇੱਕ ਟੀਚਰ ਨੇ ਕਿਹਾ ਕਿ ਜੇ ਤੂੰ NDA ਚਲਾ ਗਿਆ ਨਾ,
ਤੇ ਤੇਰੀਆਂ ਕੋਈ ਜਰਾਬਾਂ ਵੀ ਮੋੜ ਕੇ ਰੱਖਿਆ ਕਰੇਗਾ ਤਾਂ ਕਿ ਤੈਨੂੰ ਜਰਾਬਾਂ ਪਾਉਣ ਲੱਗਿਆ ਐਂ ਹੀ ਕਰਨਾ ਪਏ। ਦੈਟ ਵਾਜ਼ ਦਾ ਡੇ ਆਈ ਥਾਟ ਆਈ ਮਸਟ ਗੋ ਟੂ ਦ ਆਰਮੀ ਐਂਡ ਬਿਕਮ ਐਨ ਆਰਮੀ ਅਫਸਰ। ਅੱਜ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਕਿ ਅਸੀਂ ਬਿਨਾਂ ਕਿਸੇ ਅਲਾਉਂਸ ਤੋਂ ਬਲਕਿ ਆਪਣੇ ਕੋਲੋਂ ਹੀ ਕੁਝ ਕੰਟਰੀਬਿਊਸ਼ਨ ਕਰਕੇ ਇਹੋ ਜਿਹੀ ਸੰਸਥਾ ਦਾ ਨੰਬਰ 2 ਜੇ ਬਣਨਾ ਹੈ। 14 ਸਾਲ ਬਹੁਤ ਵੱਡਾ ਟਾਈਮ ਹੁੰਦਾ ਹੈ। ਜਨਰਲ ਸਾਹਿਬ ਨੇ ਇੰਨਾ ਕੁਝ ਸਿਖਾਇਆ ਹੈ। ਅੱਜ ਵੀ ਅਸੀਂ ਡਾਕਟਰ ਜੋਲ ਦੇ ਕੋਲ ਨਾਲ ਦੇਖਦੇ ਹਾਂ ਜਦੋਂ ਕੋਈ ਗੱਲ ਹੋਵੇ ਕਿ ਸਰ ਇਹਨੂੰ ਇਸ ਤੋਂ ਚੰਗੇ ਤਰੀਕੇ ਨਾਲ ਕਿੱਦਾਂ ਕਰ ਸਕਦੇ ਹਾਂ। ਬਿਲਕੁਲ ਹੀ ਕੰਟਰੀਬਿਊਟਡ। ਬਹੁਤ ਜਿਹੜਾ ਚੰਗਾ ਲੱਗਦਾ ਹੈ ਕਿ ਇਸ ਸੰਸਥਾ ਦੇ ਨਾਲ ਜਿੰਨੇ ਲੋਕ ਜੁੜਨਾ ਚਾਹੁੰਦੇ ਨੇ ਵੀ ਆਰ ਓਪਨ ਟੂ ਐਵਰੀਬਾਡੀ। ਠੀਕ ਹੈ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈਗੀ ਕਿਉਂਕਿ ਮੇਰੀ ਇਹ ਸੋਚ ਹੈਗੀ ਕਿ ਹਰ ਇਨਸਾਨ ਜੋ ਆਪਣੇ 2 ਪੈਰਾਂ ਤੇ ਚੱਲ ਰਿਹਾ ਉਹਦੇ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਐਸਾ ਪਾਇਆ ਹੈ। ਅਸੀਂ ਉਹ ਗੁਣ ਦੇਖਣਾ, ਉਹਦੇ ਔਗਣਾਂ ਵੱਲ ਨਹੀਂ ਦੇਖਣਾ, ਉਹਨੂੰ ਅਸੀਂ ਉਹ ਕਾਮਨ ਮਿਨੀਮਮ ਪ੍ਰੋਗਰਾਮ ਵਿੱਚ ਲੈ ਆਉਣਾ। ਇਹ ਸਾਡੀ ਸੋਚ, ਇਹ ਸਾਡੀ ਅਪਰੋਚ ਹੈਗੀ ਹੈ ਔਰ ਇਸੇ ਨੂੰ ਲੈ ਕੇ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ। ਸੋ ਅਸੀਂ ਕਾਮਨਾ ਕਰਾਂਗੇ ਕਿ ਬਹੁਤ ਅੱਗੇ ਜਾਓ ਕਿਉਂਕਿ ਇਹ ਜਿਹੜਾ ਤੁਹਾਡਾ ਜਿਹੜਾ ਕੁਨਬਾ ਵੱਡਾ ਹੋਏਗਾ ਇਹ ਪੋਲੀਟੀਕਲ ਕੁਨਬਾ ਨਹੀਂ ਹੈ, ਇਹ ਮਨੁੱਖਤਾ ਨਾਲ ਜੁੜਿਆ ਕੁਨਬਾ ਹੈ, ਇਹ ਵਿਦਿਆਰਥੀ ਨਾਲ ਜੁੜਿਆ ਹੈ, ਇਹ ਸਿੱਖ ਸੰਸਥਾਵਾਂ ਜਿਹੜੀਆਂ ਕਿਉਂਕਿ ਕਨਫੈਡਰੇਸ਼ਨ ਕਈ ਸੰਸਥਾਵਾਂ ਸੋ ਕਈ ਸੰਸਥਾਵਾਂ ਦੇ ਨਾਲ ਜੁੜਿਆ ਹੈ। ਸੋ ਕਹਿੰਦੇ ਨਾ ਅਕੇਲੇ ਹੀ ਚਲਾ ਥਾ ਜਾਨਵੇ ਮੰਜ਼ਿਲ ਲੋਕ ਸਾਥ ਆਤੇ ਗਏ ਔਰ ਕਾਰਵਾਂ ਬਣਤਾ ਚਲਾ ਗਿਆ। ਸੋ ਅਸੀਂ ਚਾਹਾਂਗੇ ਕਿ ਤੁਹਾਡਾ ਕਾਰਵਾਂ ਜਿਹੜਾ ਉਹ ਵੱਡਾ ਹੁੰਦਾ ਜਾਵੇ, ਅੱਗੇ ਵਧੋ। ਸੋ ਬਹੁਤ ਸ਼ੁਕਰੀਆ ਤੁਸੀਂ ਮਸ਼ਰੂਫੀਅਤ ਭਰੇ ਸਮੇਂ ਚੋਂ ਟਾਈਮ ਕੱਢਿਆ। ਸੋ ਤੁਹਾਡਾ ਵੀ ਦਰਸ਼ਕੋ ਸ਼ੁਕਰੀਆ ਕਿ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣਿਆ, ਅੱਗੇ ਸ਼ੇਅਰ ਕੀਤਾ, ਅੱਗੇ ਵਧਾਇਆ। ਸੋ ਤੁਸੀਂ ਵੀ ਸੰਸਥਾ ਨਾਲ ਜੁੜੋ ਔਰ ਅੱਗੇ ਲੋਕਾਂ ਨੂੰ ਦੱਸੋ। ਔਰ ਮੇਰੇ ਵੱਲੋਂ ਬੇਨਤੀ ਹੈ ਕਿ ISC ਦਾ ਦਰ 24 ਘੰਟੇ 7 ਦਿਨ ਖੁੱਲ੍ਹਾ ਹੈ। ਕਿਸੇ ਸੱਜਣ ਨੇ ਕੋਈ ਵੀ ਆ ਕੇ ਪੁੱਛਣਾ ਹੋਵੇ, ਅੱਗੇ ਵਧਣ ਵਾਸਤੇ ਕੋਈ ਬੱਚਿਆਂ ਦੀ ਗਾਈਡਲਾਈਨ ਲੈਣੀਆਂ ਹੋਵੇ, ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿਹੜਾ ਸੈਕਟਰ ਹੈ ਦੱਸ ਦਿਓ ਲੋਕੇਸ਼ਨ। ਸਾਡਾ ਲੋਕੇਸ਼ਨ ਜਿਹੜੀ ਹੈਗੀ ਹੈ ਜੀ 28 ਸੈਕਟਰ ਮੱਧਿਆ ਮਾਰਗ ਦੇ ਉੱਤੇ ਪਲਾਟ ਨੰਬਰ 1 ਦੇ ਵਿੱਚ ਹੈਗਾ ਗੁਰੂ ਗ੍ਰੰਥ ਸਾਹਿਬ ਭਵਨ। ਉਹਦੇ ਵਿੱਚ ਅਸੀਂ ਹੈਗੇ ਆ ਇਸ ਆਪਣਾ ਇਹਦਾ ਆਪਣਾ ਪੱਕਾ ਆਫਿਸ ਨਹੀਂ, ਫਸਟ ਫਲੋਰ ਦੇ ਉੱਤੇ ਪੱਕਾ ਆਫਿਸ ਹੈਗਾ। ਤੁਸੀਂ ਜਦੋਂ ਮਰਜ਼ੀ ਆਓ, ਟੈਲੀਫੋਨ ਕਰਕੇ ਆਓਗੇ। ਸਾਡਾ ਟੈਲੀਫੋਨ ਨੰਬਰ ਜੇ ਕਿਸੇ ਨੇ ਨੋਟ ਕਰਨਾ ਹੈ ਤਾਂ ਕਰ ਸਕਦੇ ਨੇ 9878116879 ਔਰ ਕਿਸੇ ਵੀ ਟਾਈਮ ਤੇ ਟੈਲੀਫੋਨ ਕਰੋ। ਇਹ ਟੈਲੀਫੋਨ 10 ਦਾ ਹੈ, 24 ਘੰਟੇ ਤੁਸੀਂ ਕਦੇ ਵੀ ਟੈਲੀਫੋਨ ਕਰੋਗੇ ਆਈ ਵਿਲ ਬੀ ਅਵੇਲੇਬਲ 24/7। ਹਾਂਜੀ, ਸ਼ੁਕਰੀਆ ਬਹੁਤ ਬਹੁਤ।